आओ सुनिए प्रिंसीपल तेजा सिंह जी द्वारा लिखी हुई ਸਵੈ ਜੀਵਨੀ। ਆਰਸੀ ਦੇ ਵਿੱਚੋਂ ਸਵੈ ਜੀਵਨੀ ਅੰਸ਼ ਮੁੱਢਲੀ ਅਵਸਥਾ ਅਤੇ ਮਿਡਲ ਦੀ ਪੜ੍ਹਾਈ। ਤੇ ਬੱਚੋ ਸਵੈ ਜੀਵਨੀ ਕੀ ਹੁੰਦੀ ਹੈ? ਸਵੈ ਜੀਵਨੀ ਜਦੋਂ ਕੋਈ ਇਨਸਾਨ ਆਪਣੇ ਖੁਦ ਦੇ ਬਾਰੇ ਲਿਖਦਾ ਹੈ, ਆਪਣੀ ਜ਼ਿੰਦਗੀ ਦੇ ਬਾਰੇ ਸਵੈਂ ਲਿਖਦਾ ਹੈ, ਸਵੈਮ ਲਿਖਦਾ ਹੈ, ਉਸ ਨੂੰ ਆਪਾਂ ਸਵੈ ਜੀਵਨੀ ਕਿਹਾ ਜਾਂਦਾ ਹੈ। ਠੀਕ ਹੈ ਨਾ। ਜਦੋਂ ਕੋਈ ਦੂਜਾ ਇਨਸਾਨ ਉਸ ਦੀ ਜ਼ਿੰਦਗੀ ਦੇ ਬਾਰੇ ਲਿਖਦਾ ਹੈ ਤਾਂ ਉਸ ਨੂੰ ਆਪਾਂ ਜੀਵਨੀ ਕਹਿੰਦੇ ਹਾਂ। ਸੋ ਇਹਨਾਂ ਨੇ ਖੁਦ ਲਿਖਿਆ, ਇਸ ਕਰਕੇ ਆਪਾਂ ਸਵੈ ਜੀਵਨੀ ਆਖਾਂਗੇ। ਸ਼ੁਰੂਆਤ ਹੁੰਦੀ ਹੈ ਮੁੱਢਲੀ ਅਵਸਥਾ ਤੋਂ। ਸੰਨ 1902 ਵਿੱਚ ਮੈਂ 5ਵੀਂ ਜਮਾਤ ਪਾਸ ਕੀਤੀ। ਫਿਰ ਵਿਹਲਾ ਹੋ ਗਿਆ। ਘਰ ਵਾਲੇ ਕਹਿਣ ਲੱਗੇ, ਸਾਡਾ ਪਟਵਾਰੀ 3 ਜਮਾਤਾਂ ਪਾਸ ਹੈ ਅਤੇ ਨੰਬਰਦਾਰ 4। ਤੈਨੂੰ ਅਸੀਂ 5 ਪਾਸ ਕਰਾ ਦਿੱਤੀਆਂ ਹਨ, ਹੋਰ ਕੀ ਲੈਣਾ ਈ? ਸੋ ਮੈਂ ਘਰ ਬਹਿ ਗਿਆ। 2 ਸਾਲ ਡੰਗਰ ਚਾਰੇ, ਹੱਟੀ ਕੀਤੀ, ਆਟਾ ਪਿਹਾਇਆ, ਪਾਲਣ ਲਿਆਂਦਾ ਅਤੇ ਹੋਰ ਹਰ ਤਰ੍ਹਾਂ ਦਾ ਪੇਂਡੂ ਜੀਵਨ ਬਿਤਾਇਆ। ਹਰ ਰੋਜ਼ ਡੰਗਰ ਲੈ ਕੇ ਹੋਰਨਾਂ ਵਾਗੀਆਂ ਨਾਲ ਪਿੰਡ ਕੋਲ ਦੀਆਂ ਜੂਹਾਂ ਵਿੱਚ ਜਾਂਦਾ ਅਤੇ ਦੁਪਹਿਰ ਵੇਲੇ ਛੱਪੜ ਦੇ ਕੰਢੇ ਪਿੱਪਲ ਹੇਠ ਸਭ ਵਿਛਾ ਕੇ ਬਹਿੰਦਾ। ਮੇਰੇ ਕੋਲ ਇੱਕ ਸੋਹਣੀ ਜਿਹੀ ਖੁੰਡੀ ਹੁੰਦੀ ਸੀ, ਜਿਸ ਉੱਤੇ ਪਿੱਤਲ ਦੇ ਕੋਕੇ ਜੜੇ ਹੁੰਦੇ ਸਨ ਅਤੇ ਸਿਰ 'ਤੇ ਨਿੱਕੇ ਨਿੱਕੇ ਘੁੰਗਰੂ ਲੱਗੇ ਹੁੰਦੇ ਸਨ। ਜਦ ਮੌਜ ਆਉਂਦੀ ਜਾਂ ਪਸ਼ੂਆਂ ਨੂੰ ਮੋੜਨ ਦੀ ਲੋੜ ਪੈਂਦੀ ਤਾਂ ਉਸ ਘੁੰਗਰੂਆਂ ਵਾਲੀ ਸੋਟੀ ਨੂੰ ਉਛਾਲ ਕੇ ਛਣਕਾਂਦਾ। ਇਸ ਖੁੰਡੀ ਦੇ ਨਾਲ ਇੱਕ ਵਾਰੀ ਸਾਰੀ ਕਿੱਸਿਆਂ ਦੀ ਕਿਤਾਬ ਹੁੰਦੀ ਸੀ, ਜਿਸ ਨੂੰ ਸਫ਼ ਉੱਤੇ ਰੱਖ ਕੇ ਬਹਿੰਦਾ ਤੇ ਨਾਲ ਦੇ ਵਾਗੀਆਂ ਨੂੰ ਪੜ੍ਹ ਕੇ ਸੁਣਾਉਂਦਾ। ਉਸੇ ਪੋਥੀ ਦੇ ਇੱਕ ਸਿਰੇ ਮਸ਼ਹੂਰ ਆਲਮ ਜੰਤਰੀ ਵੀ ਸਿੱਤੀ ਹੁੰਦੀ ਸੀ, ਜਿਸ ਵਿੱਚ ਮੀਂਹ ਝੱਖੜ ਦੇ ਆਉਣ ਦੀਆਂ ਤਰੀਕਾਂ ਕੱਢ ਕੇ ਦੱਸਦਾ ਸਾਂ ਜਾਂ ਪ੍ਰੀਖਿਆ ਪਾ ਕੇ ਲੋਕਾਂ ਦੀਆਂ ਕਿਸਮਤਾਂ ਪੜ੍ਹ ਕੇ ਸੁਣਾਉਂਦਾ ਸਾਂ। ਇੱਕ ਵੇਰ ਮੈਨੂੰ ਸੂਹਾਂ ਵਿੱਚ ਲੱਗੇ ਜੰਦਰਾ ਤੇ ਆਟਾ ਪਿਹਾਉਣ ਲਈ ਕਣਕ ਦੀ ਬੋਰੀ ਦੇ ਕੇ ਘੱਲਿਆ ਗਿਆ। ਨਾਲ ਸੀ ਤਾਇਆ ਜਗਨਨਾਥ। ਸਾਰਾ ਦਿਨ ਮੈਂ ਸੂਹਾਂ ਦੇ ਰੇਤੜ ਵਿੱਚ ਰਿੜ ਕੇ ਖੇਡਾਂ ਖੇਡਦਾ ਰਿਹਾ। ਮੇਰੀ ਪਿਹਾਉਣੀ ਦੀ ਵਾਰੀ 9 ਵਜੇ ਰਾਤ ਦੇ ਆਈ। ਅੱਧੀ ਰਾਤ ਦੇ ਮਗਰੋਂ ਮੇਰੀ ਬੋਰੀ ਪਿੱਠੀ ਗਈ ਅਤੇ ਮੈਂ ਤੇ ਜਗਨਨਾਥ ਆਪੋ ਆਪਣੀ ਬੋਰੀ ਚੁੱਕ ਕੇ ਪਿੰਡ ਵੱਲ ਤੁਰੇ। ਰਸਤੇ ਵਿੱਚ ਸੀਵੇ ਆਉਣੇ ਸਨ, ਜਿੱਥੇ ਅਰਬੀ ਪੜ੍ਹਾਉਣ ਵਾਲਾ ਚੰਦਰਭਾਨ ਸਾੜਿਆ ਗਿਆ ਸੀ। ਕਹਿੰਦੇ ਹਨ ਕਿ ਹਿੰਦੂ ਹੋ ਕੇ ਅਰਬੀ ਪੜ੍ਹਾਉਣ ਵਾਲਾ ਆਦਮੀ ਜ਼ਰੂਰ ਜਿੰਨ ਬਣ ਗਿਆ ਹੋਣਾ। ਸੋ ਜਗਨਨਾਥ ਨੇ ਮੈਨੂੰ ਕਿਹਾ ਕਿ ਬਚ ਕੇ ਲੰਘੀ, ਰਸਤੇ ਵਿੱਚ ਚੰਦਰਭਾਨ ਦੀ ਚਿਹਾਣੀ ਆਉਣੀ ਓ। ਨਿਸ਼ਾਨੀ ਉਸ ਦੀ ਲਾਲ ਟਾਕੀ ਹੈ, 2-4 ਕਿੱਲਿਆਂ ਉੱਤੇ ਵਿਛੀ ਹੋ। ਅਸੀਂ 2 ਕੁ ਵਜੇ ਚੱਲੇ ਅਤੇ ਦਿਲ ਵਿੱਚ ਚੰਦਰਭਾਨ ਕੋਲੋਂ ਬਚ ਕੇ ਲੰਘਣ ਦੀਆਂ ਸੋਚਾਂ ਸੋਚਦੇ ਗਏ। ਪਰ ਆਈ ਚੰਦਰਭਾਨ ਵਾਲੀ ਥਾਂ। ਇਹ ਸੁਣ ਕੇ ਮੇਰੇ ਸਿਰ ਤੋਂ ਬੋਰੀ ਡਿੱਗ ਪਈ, ਪਰ ਜਗਨਨਾਥ ਤ੍ਰਹਿ ਕੇ ਭੱਜ ਗਿਆ ਅਤੇ ਵਗੇਤ ਪਿੰਡ ਵੱਲ ਜਾ ਅੱਪੜਿਆ। ਮੈਂ ਬੋਰੀ ਨੂੰ ਛੱਡ ਕੇ ਕਿਵੇਂ ਜਾਂਦਾ? ਉੱਥੇ ਬੋਰੀ ਚੁਕਾਉਣ ਵਾਲਾ ਵੀ ਕੋਈ ਨਹੀਂ ਸੀ। ਸੋ ਮੈਂ ਕੋਲ ਦੇ ਖੂਹ 'ਤੇ ਚਲਾ ਗਿਆ ਅਤੇ ਡਰ ਤੋਂ ਬਚਣ ਲਈ ਇੱਕ ਤੂਤ ਨੂੰ ਜੱਫ ਪਾ ਲਿਆ। ਜਦ ਤੋੜੀ ਮੂੰਹ ਝਾਖਰਾ ਹੋ ਗਿਆ, ਮੇਰੀ ਨਜ਼ਰ ਆਟੇ ਦੀ ਬੋਰੀ ਵੱਲ ਹੀ ਲੱਗੀ ਰਹੀ। ਜਦ ਚਾਨਣਾ ਹੋਇਆ ਤਾਂ ਮੈਂ ਤੂਤ ਛੱਡ ਕੇ ਹੌਲੀ ਹੌਲੀ ਬੋਰੀ ਵੱਲ ਗਿਆ ਅਤੇ ਇੱਕ ਰਾਹ ਜਾਂਦੇ ਪਾਸੋਂ ਚੁਕਵਾ ਕੇ ਘਰ ਲੈ ਗਿਆ। ਮੈਂ ਇਸ ਜ਼ਿੰਦਗੀ ਨਾਲ ਰਾਜ਼ੀ ਨਹੀਂ ਸਾਂ। ਹਰ ਵੇਲੇ ਸੁਪਨੇ ਇਹੋ ਆਉਂਦੇ ਕਿ ਕਿਵੇਂ ਪਿੰਡ ਤੋਂ ਛੁਟਕਾਰਾ ਪਾ ਕੇ ਸ਼ਹਿਰ ਵਿੱਚ ਜਾਵਾਂ ਅਤੇ 16 ਜਮਾਤਾਂ ਪਾਸ ਕਰਕੇ ਵਿੱਦਿਆ ਦੇ ਸਿਖਰ ਨੂੰ ਛੂਹਾਂ। ਹਰ ਵਕਤ ਹਰ ਹੀਲੇ ਆਪਣੇ ਆਪ ਨੂੰ ਆਪਣੇ ਬਣਨ ਵਾਲੇ ਭਵਿੱਖ ਲਈ ਤਿਆਰ ਕਰਦਾ ਸਾਂ। ਉਹ ਭਵਿੱਖ ਇਹ ਸੀ ਕਿ ਮੈਂ ਪੜ੍ਹ ਕੇ ਪੜ੍ਹਾਉਣਾ ਹੈ। ਨੰਬਰਦਾਰ ਨੂਰ ਖਾਂ ਨੇ ਮੈਨੂੰ ਤਸਵੀਰਾਂ ਖਿੱਚਣ ਦਾ ਸ਼ੌਂਕ ਪਾਇਆ। ਈਸਰ ਦਾਸ ਇੱਕ ਗੁਆਂਢੀ ਦੁਕਾਨਦਾਰ ਨੇ ਪੁਰਾਤਨ ਸਾਹਿਤ ਦੀ ਚਾਟ ਲਵਾਈ। ਉਸਨੇ ਰਮਾਇਣ, ਮਹਾਭਾਰਤ, ਭਾਗਵਤ ਆਦਿ ਦੀਆਂ ਕਥਾਵਾਂ ਕਹਾਣੀਆਂ ਪੜ੍ਹ ਕੇ ਮੈਨੂੰ ਹੋਰ ਦਾ ਹੋਰ ਬਣਾ ਦਿੱਤਾ। ਹੁਣ ਤੱਕ ਮੈਨੂੰ ਜੋ ਵੀ ਵਾਕਫੀ ਹਿੰਦੂ ਮੱਤ ਸੰਬੰਧੀ ਆਪਣੇ ਲੈਕਚਰਾਂ ਜਾਂ ਕਿਤਾਬਾਂ ਵਿੱਚ ਵਰਤਣੀ ਪਈ, ਉਹ ਸਾਰੀ ਲੂਣ ਸਬੂਣ ਵੇਚਣ ਵਾਲੇ ਪੰਡਿਤ ਈਸਰ ਦਾਸ ਦੀ ਮਿਹਰਬਾਨੀ ਕਰਕੇ। ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ, ਉਹ ਤੋੜ ਨਿਭਦੀ ਹੈ।
ਪਿੱਛੋਂ ਜਾ ਕੇ ਨਾ ਉਹ ਯਾਦਾਂ ਰਹਿੰਦੀਆਂ ਹਨ ਤੇ ਨਾ ਹੀ ਉਹ ਸ਼ੌਂਕ ਰਹਿੰਦੇ ਹਨ। ਹਿੰਦ ਦੇ ਇਤਿਹਾਸ ਅਤੇ ਨਾਟਕ ਵੱਲ ਮੇਰੀ ਰੁਚੀ ਉਹਨਾਂ ਦਿਨਾਂ ਤੋਂ ਬਣਨੀ ਸ਼ੁਰੂ ਹੋਈ ਜਦੋਂ ਹੋਲੀਆਂ ਵਿੱਚ ਸਾਰਾ ਪਿੰਡ ਰਲ ਕੇ ਝਾਕੀਆਂ ਕੱਢਦਾ ਸੀ। ਇੱਕ ਵੇਰ ਮੈਂ ਰਾਜਾ ਹਰੀਸ਼ ਚੰਦਰ ਦੀ ਰਾਣੀ ਤਾਰਾਮਤੀ ਦਾ ਪਾਠ ਅਦਾ ਕਰ ਰਿਹਾ ਸਾਂ। ਮੇਰੇ ਮੂੰਹੋਂ ਇਹ ਲਫ਼ਜ਼ ਨਿਕਲੇ, ਰੇ ਪੰਡਿਤ, ਕਾਸ਼ੀ ਕਾ ਰਸਤਾ ਕਿਹੜਾ ਹੈ? ਇਹ ਸੁਣ ਕੇ ਬੇਅੰਤ ਸਿੰਘ, ਮੇਰਾ ਇੱਕ ਸੰਬੰਧੀ, ਸਰੋਤਿਆਂ ਵਿੱਚੋਂ ਉੱਠ ਕੇ ਸਟੇਜ 'ਤੇ ਆ ਗਿਆ ਤੇ ਮੈਨੂੰ ਥੱਪੜ ਜੜ ਕੇ ਕਹਿਣ ਲੱਗਾ, ਹੱਥ ਤੇਰੀ ਸਹੁਰੇ ਨੂੰ ਕਿਤਨੇ ਵਰੇ ਪੜ੍ਹਦਿਆਂ ਹੋਏ ਨੇ, ਅਜੇ ਵੀ ਕਿਹੜਾ ਹੀ ਕਹਿੰਦਾ ਹੈ। ਸਾਡੇ ਇਹਨਾਂ ਘਰੋਗੀ ਸਾਂਗਾਂ ਨੂੰ ਵੇਖਣ ਲਈ 10-10 ਪਿੰਡਾਂ ਦੇ ਲੋਕੀ ਆਉਂਦੇ ਸਨ। ਕਈ ਦਿਨ ਪਿੰਡ ਵਿੱਚ ਗਹਿਮਾ ਗਹਿਮ ਲੱਗੀ ਰਹਿੰਦੀ। ਮੇਰੇ ਹੁੰਦਿਆਂ ਪਿੰਡ ਵਿੱਚ 1-2 ਵਾਰੀ ਰਾਸਧਾਰੀਆਂ ਦੀਆਂ ਮੰਡਲੀਆਂ ਆਈਆਂ। ਉਹਨਾਂ ਦਾ ਡੇਰਾ ਗੁਆਂਢੀ ਬਖਸ਼ੀ ਜੈ ਕਿਸ਼ਨ ਦੇ ਘਰ ਹੁੰਦਾ ਸੀ। ਉਹਨਾਂ ਨੂੰ ਮਿਲਣ ਗਿਲਣ ਨਾਲ ਮੇਰੀ ਰੁਚੀ ਹਿੰਦ ਦਾ ਪੁਰਾਤਨ ਜੋ ਕਥਾ ਕਹਾਣੀਆਂ ਨੇ ਨਾ, ਇਤਿਹਾਸ ਆ, ਉਹਦੇ ਵੱਲ ਵੱਧਦੀ ਗਈ ਅਤੇ ਨਾਟਕੀ ਵਿਖਾਵਿਆਂ ਦਾ ਸ਼ੌਂਕ ਪੈਦਾ ਹੋ ਗਿਆ। ਜੈ ਕਿਸ਼ਨ ਦਾ ਪਿਤਾ ਫਾਰਸੀ ਤੇ ਸੰਸਕ੍ਰਿਤ ਦਾ ਆਲਮ ਸੀ ਅਤੇ ਸਿੱਖਾਂ ਦੇ ਰਾਜ ਵਿੱਚ ਸਰਕਾਰੀ ਅਹਿਲਕਾਰ ਰਿਹਾ ਹੁੰਦਾ ਸੀ। ਉਸ ਦੇ ਘਰ ਪੁਰਾਣੀਆਂ ਲਿਖਤਾਂ ਤੇ ਫਾਈਲਾਂ ਪਈਆਂ ਹੁੰਦੀਆਂ ਸਨ ਜਿਨ੍ਹਾਂ ਨੂੰ ਚੋਖੇ ਚਾਅ ਨਾਲ ਵੇਖਦਾ ਹੁੰਦਾ ਸਾਂ। ਸਰਕਾਰੀ ਕਾਗਜ਼ ਫਾਰਸੀ ਵਿੱਚ ਲਿਖੇ ਹੁੰਦੇ ਸਨ, ਪਰ ਉਹਨਾਂ ਦੇ ਸਿਰ 'ਤੇ ਸਦਾ ਇੱਕ ਓਂਕਾਰ ਸਤਿਗੁਰੂ ਪ੍ਰਸਾਦ ਫਾਰਸੀ ਅੱਖਰਾਂ ਵਿੱਚ ਲਿਖਿਆ ਹੁੰਦਾ ਸੀ। ਜਦ ਜੈ ਕਿਸ਼ਨ ਦਾ ਪਿਤਾ ਬਹੁਤ ਬਿਰਧ ਹੋ ਗਿਆ ਤਾਂ ਉਹ ਆਪਣਾ ਅੰਤ ਨੇੜੇ ਆਉਂਦਾ ਜਾਣ ਕੇ ਕਾਸ਼ੀ ਜੀ, ਜੋ ਕਿ ਬਨਾਰਸ ਦੇ ਵਿੱਚ ਹੈ, ਉੱਥੇ ਚਲੇ ਗਏ। ਨਾਲ ਸਾਰੇ ਟੱਬਰ ਨੂੰ ਲੈ ਗਿਆ। ਕਈ ਵਰੇ ਮੌਤ ਨੂੰ ਉਡੀਕਣ ਮਗਰੋਂ ਜਦ ਅੰਤ ਨਾ ਹੋਇਆ ਤਾਂ ਉਹ ਆਪ ਉੱਥੇ ਹੀ ਰਹਿ ਪਿਆ, ਪਰ ਬਾਕੀ ਦਾ ਟੱਬਰ ਪਰਤ ਆਇਆ। ਉਸ ਦਾ ਪੋਤਰਾ ਬਖਸ਼ੀ ਕਿਰਪਾ ਰਾਮ ਕਈ ਵਾਰੀ ਮੇਰੇ ਘਰ ਆਉਂਦਾ ਅਤੇ ਬਹੁਤ ਧਰਮੀ ਹੋਣ ਕਰਕੇ ਸ਼੍ਰੀ ਕ੍ਰਿਸ਼ਨ ਜੀ ਦੀ ਮੂਰਤੀ ਆਪਣੇ ਨਾਲ ਲਿਆਉਂਦਾ ਅਤੇ ਨਿੱਤ ਉੱਠ ਕੇ ਧੂਪ ਦੀਪ ਕਰਕੇ ਪੂਜਾ ਕਰਦਾ। ਬੰਬਈ ਤੇ ਪਟਿਆਲੇ ਜਦ ਉਹ ਮੇਰੇ ਘਰ ਪੂਜਾ ਕਰਦਾ ਤਾਂ ਮੇਰਾ ਜੀ ਬਹੁਤ ਪ੍ਰਸੰਨ ਹੁੰਦਾ। ਉਸ ਦੇ ਪਿਆਰ ਅਤੇ ਮਿਹਰਬਾਨੀਆਂ ਵਿੱਚੋਂ ਮੈਨੂੰ ਇੱਕ ਗੱਲ ਸਦਾ ਚੇਤੇ ਰਹਿੰਦੀ ਹੈ। ਮੈਂ ਕੈਦ ਹੋ ਜਾਣ ਉੱਤੇ ਸਰਦਾਰ ਚਰਨ ਸਿੰਘ ਵਾਂਗੂ ਉਹ ਵੀ ਇੱਕ ਚੋਖੀ ਰਕਮ ਮੇਰੀ ਸਹਾਇਤਾ ਲਈ ਲਿਆਇਆ ਸੀ। ਭਾਵੇਂ ਮੇਰੀ ਪਤਨੀ ਨੇ ਧੰਨਵਾਦ ਸਹਿਤ ਮੋੜ ਦਿੱਤਾ ਸੀ। ਸੰਨ 1905 ਈਸਵੀ ਵਿੱਚ ਇੱਕ ਦਿਨ ਸਵੇਰੇ ਮੈਂ ਘਰਦਿਆਂ ਤੋਂ ਚੋਰੀ ਕੁਝ ਥੋਰੀਆਂ ਨਾਲ ਰਲ ਕੇ ਰਾਵਲਪਿੰਡੀ ਭੱਜ ਗਿਆ। ਜਦ ਉਹ ਸਬਜ਼ੀ ਮੰਡੀ ਵਿੱਚ ਆ ਲੱਥੇ ਤਾਂ ਅਜੇ ਮੂੰਹ ਝਾਖਰਾ ਹੀ ਸੀ। ਉਹ ਮੈਨੂੰ ਇਕੱਲਾ ਛੱਡ ਕੇ ਆਪੋ ਆਪਣੇ ਆਰੇ ਲੱਗ ਪਏ। ਮੈਨੂੰ ਭੁੱਖ ਲੱਗੀ। ਮੇਰੇ ਪਾਸ ਜੇਬ ਵਿੱਚ 2 ਪੈਸੇ ਸਨ। ਰੁੱਤ ਸਰਦੀ ਦੀ ਸੀ। ਮੇਰੇ ਗਲ ਇੱਕ ਕੁਰਤਾ ਸੀ ਤੇ ਇੱਕ ਚਾਦਰ। ਮੈਂ ਆਪਣੇ ਆਪ ਨੂੰ ਸਾਂਭ ਕੇ ਇੱਕ ਸਬਜ਼ੀ ਦੀ ਦੁਕਾਨ ਮੂਹਰੇ ਜਾ ਖਲੋਤਾ। ਨਜ਼ਰ ਮਾਰ ਕੇ ਵੇਖਿਆ ਤਾਂ ਇੱਕ ਛਾਬੇ ਵਿੱਚ ਪਏ ਸੂਹੇ ਗੋਲ ਫਲ ਦਿਸੇ। ਮੈਂ ਹਟਵਾਣੀਏ ਨੂੰ 1 ਪੈਸਾ ਵਿਖਾ ਕੇ ਕਿਹਾ, ਮਿੱਠੀ ਹੋ ਦੇ। ਉਸਨੇ ਮੈਨੂੰ 2 ਲਾਲ ਬਿੰਬ ਫਲ ਫੜਾ ਦਿੱਤੇ। ਮੈਂ ਲਾਂਬੇ ਹੋ ਕੇ ਜਦ ਇੱਕ ਨੂੰ ਚੱਕ ਮਾਰਿਆ ਤਾਂ ਉਹ ਕੌੜਾ ਖਪਰਾ ਜਿਹਾ ਲੱਗਾ। ਮੈਂ ਸੁੱਟ ਦਿੱਤਾ। ਉਹ ਟਮਾਟਰ ਸੀ ਜੋ ਨਾ ਕਦੀ ਡਿੱਠਾ ਨਾ ਕਦੀ ਖਾਧਾ ਸੀ। ਫਿਰ ਆਪਣੇ ਆਪ ਨੂੰ ਕੋਸ ਕੇ ਇਰਾਦਾ ਕੀਤਾ ਕਿ ਹੁਣ ਧੋਖਾ ਨਹੀਂ ਖਾਣਾ, ਹੁਣ ਕੋਈ ਆਪਣੀ ਪਰਤਾਈ ਹੋਈ ਚੀਜ਼ ਲਵਾਂਗਾ। ਸੋ ਦੂਜੇ ਪੈਸਿਆਂ ਦੀਆਂ 2 ਡਾਂਗਾਂ ਜਿੱਡੀਆਂ ਮੋਲੀਆਂ ਮੁੱਲ ਲਈਆਂ ਅਤੇ ਚੜ੍ਹਦੀ ਧੁੱਪ ਵਿੱਚ ਇੱਕ ਨੁੱਕਰੇ ਬਹਿ ਕੇ ਖੂਬ ਰੱਜ ਕੇ ਖਾਧੀਆਂ। ਮੈਂ ਪਹਿਲੀ ਵੇਰ ਸ਼ਹਿਰ ਆਇਆ ਸਾਂ। ਉੱਥੇ ਨਾ ਸੀ ਕੋਈ ਜਾਣ ਨਾ ਕੋਈ ਪਛਾਣ। ਸਾਰਾ ਦਿਨ ਭੌਂਦਾ ਰਿਹਾ। ਚਾਅ ਸੀ ਪੜ੍ਹਨ ਦਾ, ਪਰ ਸਕੂਲ ਤੱਕ ਪਹੁੰਚਣਾ ਕਿਵੇਂ ਹੋਵੇ। ਸ਼ਾਮ ਦੇ 4 ਵਜੇ ਇੱਕ ਧਰਮਸ਼ਾਲਾ ਦੇ ਥੜੇ ਕੋਲੋਂ ਲੰਘ ਰਿਹਾ ਸਾਂ। ਉਸ ਉੱਤੇ ਇੱਕ ਬਿਰਧ ਸਿੰਘ ਬੈਠਾ ਸੀ ਤੇ ਇੱਕ ਬਿਰਧ ਹਿੰਦੂ। ਸਿੰਘ ਜੀ ਨੇ ਮੈਨੂੰ ਓਪਰਾ ਜਿਹਾ ਵੇਖ ਕੇ ਪੁੱਛਿਆ, ਕਾਕਾ ਕੀ ਢੂੰਡਣਾ ਵੇ? ਮੈਂ ਕਿਹਾ, ਜੀ ਮੈਂ ਕੰਮ ਲੱਭਣਾ ਵਾ। ਕਿਹੜੀ ਨੌਕਰੀ ਕਰਨੀ ਆ? ਜੀ ਜਿਹੜੀ ਲੱਭ ਪਵੇ। ਬਿਰਧ ਹਿੰਦੂ ਕਹਿਣ ਲੱਗਾ, ਘਰੇ ਨੀ ਨੌਕਰੀ ਕਰਸੋਂ? ਭਾਂਡੇ ਮਾਂਜੇ, ਕੱਪੜੇ ਧੋਸੇ? ਜੀ ਹਾਂ, ਹੱਬੋ ਕੁਝ ਕਰਸਾਂ। ਕਹਿ ਲੈਸੇ ਸਿਰਫ ਰੋਟੀ ਤੇ ਪੜਨ ਜੋਗੀ ਖੁੱਲ੍ਹ ਤੇ ਸਮਾਂ।
ਸੋ ਉਹ ਬਿਰਧ ਹਿੰਦੂ ਮੈਨੂੰ ਆਪਣੇ ਨਾਲ ਲੈ ਗਿਆ ਅਤੇ ਮੈਂ ਉਸ ਦੇ ਘਰ ਨੌਕਰੀ ਕਰਨ ਲੱਗਾ। ਸਵੇਰੇ ਪਾਣੀ ਢੋਂਦਾ, ਫਿਰ ਭਾਂਡੇ ਮਾਂਜਦਾ, 10 ਵਜੇ ਮਿਸ਼ਨ ਸਕੂਲ ਪੜ੍ਹਨ ਜਾਂਦਾ, ਸ਼ਾਮ ਨੂੰ ਫਿਰ ਆ ਕੇ ਕੰਮ ਕਰਦਾ ਜਾਂ ਸੌਦਾ ਵਸਤ ਖਰੀਦਣ ਲਈ ਬਾਜ਼ਾਰ ਜਾਂਦਾ। ਐਤਵਾਰ ਸਾਰੇ ਟੱਬਰ ਦੇ ਕੱਪੜੇ ਧੋਣ ਲੈ ਜਾਂਦਾ। ਰਾਤ ਨੂੰ ਘਰ ਦੇ ਬੁੱਢੇ ਦੀ ਮੁੱਠੀ ਚਾਪੀ ਕਰਦਾ ਅਤੇ ਨਾਲ ਨਾਲ ਉਸ ਦੀ ਆਗਿਆ ਅਨੁਸਾਰ ਪ੍ਰਹਲਾਦ, ਧਰੂ, ਜਨਮੇਜਾ, ਰਾਮ, ਲਛਮਣ, ਸੀਤਾ, ਅਰਜਨ, ਭੀਮ, ਕ੍ਰਿਸ਼ਨ ਆਦਿ ਦੀਆਂ ਕਥਾਵਾਂ ਸੁਣਾਉਂਦਾ ਜੋ ਆਪਣੇ ਪਿੰਡ ਰਹਿੰਦਿਆਂ ਪੜ੍ਹੀਆਂ ਸਨ। ਹੌਲੀ ਜਿਹੀ ਘੁੱਟਣਾ ਛੱਡ ਕੇ ਦੇਖਦਾ ਲਾਲਾ ਜੀ ਸੌਂ ਗਏ ਹਨ ਕਿ ਨਹੀਂ, ਪਰ ਉਹ ਝੱਟ ਜਾਗ ਉੱਠਦੇ ਤੇ ਖੰਗੂਰਾ ਮਾਰ ਕੇ ਕਹਿੰਦੇ, ਬਸ ਕਿਉਂ ਕਰ ਦਿੱਤੀ, ਮੁੱਠੀਆਂ ਭਰੀ ਜਾ। ਇਸ ਤਰ੍ਹਾਂ ਕਈ ਪਰਤਾਵੇ ਕਰਨ ਮਗਰੋਂ ਜਦੋਂ ਸੱਚੀ ਮੁੱਚੀ ਸੌਂ ਜਾਂਦਾ ਤਾਂ ਮੈਂ 11 ਕੁ ਵਜੇ ਵਿਹਲਾ ਹੋ ਕੇ ਆਪਣੀ ਪੜ੍ਹਾਈ ਕਰਨ ਬਹਿੰਦਾ ਅਤੇ 1 ਜਾਂ 2 ਵਜੇ ਸੌਂ ਜਾਂਦਾ। ਉਹਨਾਂ ਦਿਨਾਂ ਤੋਂ ਹੀ ਉਨੀਂਦਰੇ ਕੱਟਣ ਦੀ ਵਾਦੀ ਪਈ ਹੋਈ ਹੈ। ਮੈਨੂੰ ਸਾਰੀ ਉਮਰ 3 ਘੰਟੇ ਤੋਂ ਵੱਧ ਕਦੀ ਨੀਂਦ ਨਹੀਂ ਆਈ। ਥੋੜ੍ਹੇ ਚਿਰ ਮਗਰੋਂ ਮੇਰੀ ਹੋਂਦ ਦਾ ਮੇਰੇ ਨਾਨਕਿਆਂ ਨੂੰ ਪਤਾ ਲੱਗ ਗਿਆ, ਜੋ ਉਸੇ ਸ਼ਹਿਰ ਵਿੱਚ ਰਹਿੰਦੇ ਸਨ। ਉਹ ਮੈਨੂੰ ਆਪਣੇ ਘਰ, ਜੋ ਸੈਦਪੁਰੀ ਮਹੱਲੇ ਵਿੱਚ ਸੀ, ਲੈ ਗਏ। ਅਡਿਆਲੇ ਵਾਲੇ ਵੀ ਆਣ ਮਿਲੇ। ਫਿਰ ਤਾਂ ਮੈਂ ਹਰ ਸਨੀਚਰ ਨੂੰ ਆਪਣੇ ਪਿੰਡ ਚਲਾ ਜਾਂਦਾ ਅਤੇ ਸੋਮਵਾਰ ਦੀ ਸਵੇਰ ਨੂੰ ਪਰਤ ਆਉਂਦਾ। ਜਿਵੇਂ ਮੈਂ ਕਿਤਾਬ ਸੱਭਿਆਚਾਰ ਦੇ ਲੇਖ ਘਰ ਦਾ ਪਿਆਰ ਵਿੱਚ ਦੱਸਿਆ ਹੈ ਕਿ ਅਡਿਆਲੇ ਪਿੰਡ ਦੀ ਝਾਕੀ ਮੈਨੂੰ ਇੰਨੀ ਪਿਆਰੀ ਲੱਗਦੀ ਹੈ ਕਿ ਜਾਂਦੀ ਵੇਰ ਅਤੇ ਆਉਂਦੀ ਵੇਰ ਕਈ ਕਦਮ ਪਿੱਛੇ ਹਟ ਕੇ ਵੇਖਦਾ, ਪਰ ਫਿਰ ਵੀ ਨਾ ਰੱਜਦਾ। ਹੁਣ ਤਾਂ ਉਹ ਝਾਕੀਆਂ ਸਾਡੇ ਲਈ ਬੇਗਾਨੀਆਂ ਹੀ ਹੋ ਗਈਆਂ ਹਨ। ਮੇਰੇ ਨਾਨਕੇ ਮੋਨੇ ਸਨ, ਪਰ ਮੇਰੀ ਇੱਕ ਮਾਮੀ ਸਿੱਖਾਂ ਦੀ ਧੀ ਸੀ ਜਿਸ ਦਾ ਨਾਂ ਦੀਵਾਨਦਾਈ ਸੀ। ਉਹ ਮੈਨੂੰ ਬਹੁਤ ਲਾਡ ਪਿਆਰ ਕਰਦੀ ਸੀ। ਸਕੂਲ ਜਾਣ ਤੋਂ ਪਹਿਲਾਂ ਮੈਨੂੰ ਰੋਟੀ ਖਵਾਉਂਦੀ ਅਤੇ ਗਰਮ ਫੁਲਕੇ ਉੱਤੇ ਘਿਓ ਪਾ ਕੇ ਕਹਿੰਦੀ, ਲੁੱਠਿਆ, ਛੇਤੀ ਛੇਤੀ ਖਾ ਲੈ। ਆਇਓ ਨਾਨੀ। ਮੈਂ ਸੜਦੇ ਮੂੰਹ ਘਿਓ ਵਾਲੀ ਬੁਰਕੀ ਮੂੰਹ ਵਿੱਚ ਪਾਉਂਦਾ ਅਤੇ ਅੰਦਰ ਲੰਘਾਉਣ ਦੀ ਕਰਦਾ। ਉਹ ਮੇਤੋਂ ਸਵੇਰੇ ਜਪਜੀ ਅਤੇ ਸ਼ਾਮ ਨੂੰ ਰਹਿਰਾਸ ਦਾ ਪਾਠ ਸੁਣਦੀ। ਉਸ ਨੂੰ 1905 ਵਿੱਚ ਪਲੇਗ ਹੋ ਗਈ। ਮੈਂ ਉਸ ਨੂੰ ਅੱਕ ਦੀਆਂ ਕੁਰੁੰਮਲਾਂ ਲਿਆ ਕੇ ਦਿੰਦਾ ਤੇ ਉਹ ਹੜਪ ਕਰਕੇ ਖਾ ਜਾਂਦੀ, ਪਰ ਉਸ ਦੀ ਵਧੀ ਹੋਈ ਨਹੀਂ ਸੀ। ਉਹ ਮੇਰੇ ਸਾਹਮਣੇ ਪੂਰੀ ਹੋ ਗਈ। ਜਾਂਦੀ ਵੇਰ ਮੈਨੂੰ ਆਪਣੀ ਇੱਕੋ ਇੱਕ ਬੱਚੀ ਭੈਣ ਲక్ష్ਮੀ ਵੱਲ ਧਿਆਨ ਦਵਾ ਕੇ ਸੌਂਪਣੀ ਕਰ ਗਈ ਕਿ ਇਸ ਦਾ ਵਿਆਹ ਕਿਸੇ ਸਿੱਖ ਨਾਲ ਹੋਵੇ। ਲక్ష్ਮੀ ਦਾ ਨਾਤਾ ਇੱਕ ਮੋਨੇ ਨਾਲ ਹੋਇਆ ਸੀ, ਜੋ ਅਨਪੜ੍ਹ ਲੋਲ ਜਿਹਾ ਅਤੇ ਅੱਖੋਂ ਭੈਂਗ ਮਾਰਦਾ ਸੀ। ਲੜਕੀ ਪੜ੍ਹਾਈ ਵਿੱਚ ਲਾਇਕ, ਸੁਨੱਖੀ ਅਤੇ ਹਰ ਤਰ੍ਹਾਂ ਨਾਲ ਉੱਚੀ ਬਿਰਤੀ ਵਾਲੀ ਸੀ। ਸੰਜੋਗ ਨਾਲ ਹੋਇਆ ਵੀ ਇਉਂ ਕਿ ਉਸ ਦਾ ਵਿਆਹ ਇੱਕ ਉੱਚੇ ਖਾਨਦਾਨ ਦੇ ਲਾਇਕ ਸਿੱਖ ਨਾਲ ਕਰਾਇਆ ਗਿਆ। ਭਾਵੇਂ ਲੜਕੀ ਦਾ ਪਿਤਾ ਵਿਆਹ ਵਿੱਚ ਨਾ ਬੈਠਾ, ਪਰ ਵਰ੍ਹਿਆਂ ਤੀਕ ਉਸ ਨੂੰ ਨਾ ਅਪਣਾਇਆ। ਲక్ష్ਮੀ ਨੂੰ ਸੁੱਖ ਮਿਲਿਆ ਅਤੇ ਧਾਰਮਿਕ ਦੁਆਲਾ ਮਿਲਿਆ, ਜਿਸ ਵਿੱਚ ਰਹਿ ਕੇ ਉਹ ਆਪਣੀ ਮਾਂ ਤੇ ਨਾਨੀ ਦੇ ਪੂਰਨਿਆਂ ਤੇ ਚੱਲ ਕੇ ਆਪਣੇ ਖਰਚ ਤੇ ਗੁਰਦੁਆਰਾ ਸਜਾ ਕੇ ਉਸ ਵਿੱਚ ਨਿੱਤ ਕੀਰਤਨ ਕਰਾਉਂਦੀ ਅਤੇ ਸਾਰੇ ਟੱਬਰ ਨੂੰ ਧਰਮੀ ਬਣਾ ਰੱਖਦੀ। ਸੰਨ 1947 ਦੇ ਘੱਲੂਘਾਰੇ ਵਿੱਚ ਉਸ ਦਾ ਸਭ ਕੁਝ ਲੁੱਟਿਆ ਗਿਆ ਅਤੇ ਰਾਵਲਪਿੰਡੀ ਤੋਂ ਉੱਜੜ ਕੇ ਖਾਲੀ ਹੱਥ ਦਿੱਲੀ ਵਿੱਚ ਆਣ ਵਸੀ। ਉਸ ਦੇ ਪੁੱਤਰ ਦਾ ਸਾਕ ਮੈਂ ਵੱਡੇ ਚਾਅ ਨਾਲ ਆਪਣੇ ਮਿੱਤਰ ਡਾਕਟਰ ਸੁੱਚਾ ਸਿੰਘ ਦੀ ਲਾਇਕ ਧੀ ਨਾਲ ਕਰਾਇਆ। ਉਹ ਲੜਕਾ ਮੇਰੇ ਪਿਆਰ ਨੂੰ ਵੇਖ ਕੇ ਕਈ ਵੇਰ ਹੈਰਾਨ ਹੁੰਦਾ ਸੀ। ਉਸ ਨੂੰ ਕੀ ਪਤਾ ਕਿ ਮੈਂ ਇਹ ਪਿਆਰ ਕਿਸੇ ਘਿਓ ਖਵਾਉਣ ਵਾਲੀ ਧਰਮਾਤਮਾ ਮਾਮੀ ਦੀ ਯਾਦ ਵਿੱਚ ਕਰ ਰਿਹਾ ਹਾਂ। ਉਹ ਮਾਮੀ ਮੈਨੂੰ ਹਰ ਹਫ਼ਤੇ ਕੁਝ ਪੈਸੇ ਦਿੰਦੀ ਹੁੰਦੀ ਸੀ। ਜਦ ਮੇਰੇ ਪਾਸ ਸਰਗੋਧੇ ਜਾਣ ਦਾ ਕਿਰਾਇਆ ਬਣ ਗਿਆ ਤਾਂ ਮੈਂ ਗੱਡੀ ਚੜ੍ਹ ਕੇ ਉੱਥੇ ਚਲਾ ਗਿਆ। ਉੱਥੇ ਭਰਾ ਕਾਹਨ ਸਿੰਘ ਬਾਰਕ ਮਾਸਟਰੀ ਵਿੱਚ ਨੌਕਰੀ ਕਰਦੇ ਸਨ। ਉੱਥੇ ਮੈਂ 1906 ਤੋਂ ਲੈ ਕੇ 1908 ਤੱਕ ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਵਿੱਚ ਪੜ੍ਹਦਾ ਰਿਹਾ। ਸਕੂਲ ਦਾ ਹੈੱਡ ਮਾਸਟਰ ਲਾਲਾ ਕੁੰਦਨ ਲਾਲ ਸੀ, ਜੋ ਲੱਤੋਂ ਲੰਗ ਅਤੇ ਮੂੰਹੋਂ ਨਿਹਾਇਤ ਬੇਡੋਲ ਤੇ ਖੱਖਰ ਖਾਧਾ ਲੱਗਦਾ ਸੀ, ਪਰ ਦਿਲ ਦਾ ਨਿਹਾਇਤ ਸੋਹਣਾ ਤੇ ਲਿਆਕਤ ਵਿੱਚ
ਆਪਣੀ ਮਿਸਾਲ ਆਪ ਹੀ ਸੀ। ਉਸਨੇ ਮੇਰੀ ਅੰਗਰੇਜ਼ੀ ਠੀਕ ਕਰ ਦਿੱਤੀ ਅਤੇ ਅੰਗਰੇਜ਼ੀ ਸਾਹਿਤ ਵਿੱਚ ਡੂੰਘੀ ਦਿਲਚਸਪੀ ਪਵਾ ਦਿੱਤੀ। ਉਸ ਦਾ ਢੰਗ ਇੰਨਾ ਚੰਗਾ ਸੀ ਕਿ ਮੈਂ ਕਹਿ ਸਕਦਾ ਹਾਂ ਕਿ ਹੁਣ ਤੱਕ ਮੈਂ ਉਹ ਜਿਹਾ ਉਸਤਾਦ ਨਹੀਂ ਡਿੱਠਾ। ਉਹ ਵਿਦਿਆਰਥੀ ਦੀ ਉਮਰ, ਸੂਝ ਅਤੇ ਰੁਚੀ ਅਨੁਸਾਰ ਕਿਤਾਬਾਂ ਆਪਣੇ ਪਾਸੋਂ ਦਿੰਦਾ ਅਤੇ ਨਿਤ ਗੌਰ ਕਰਕੇ ਉਸ ਦੀ ਲਿਆਕਤ ਵਧਾਉਂਦਾ। ਉਸਨੇ ਮੈਨੂੰ ਗ੍ਰਿਮਜ਼ ਫੇਰੀ ਟੇਲਸ, ਰਾਬਿਨਸਨ ਕਰੂਸੋ, ਹੈਰੀ ਵਰਡਸ ਦੀ ਵੇਕ, ਅਰਬੀਅਨ ਨਾਈਟਸ ਆਦਿ ਕਿਤਾਬਾਂ ਵਾਰੋ-ਵਾਰੀ ਦਿੱਤੀਆਂ ਅਤੇ ਕਿਹਾ ਕਿ ਜਿਹੜੀ ਪੁਸਤਕ ਤੁਸੀਂ 3-4 ਦਿਨ ਵਿੱਚ ਨਹੀਂ ਮੁਕਾ ਲੈਂਦੇ ਉਸ ਨੂੰ ਪੜ੍ਹਨਾ ਵਿਅਰਥ ਹੈ। ਇਸ ਤਰ੍ਹਾਂ ਕਰਦਿਆਂ 7ਵੀਂ ਜਮਾਤ ਦੇ ਅੰਤ ਤੱਕ ਉਸਨੇ ਮੈਥੋਂ ਮੈਕਾਲੇ ਦੇ ਲੇਖਾਂ ਦੀ ਕਿਤਾਬ ਵੀ ਪੜ੍ਹਵਾ ਲਈ। ਉਹ ਕਿਤਾਬ ਮੈਂ ਹੁਣ ਤੱਕ ਸਾਂਭ ਕੇ ਰੱਖੀ ਹੋਈ ਹੈ। ਉਸ ਵਿੱਚ ਥਾਂ ਪਰ ਥਾਂ ਮੈਂ ਆਪਣੇ ਵੱਲੋਂ ਪਸੰਦੀਦੇ ਨਿਸ਼ਾਨ ਲਾਏ ਹੋਏ ਹਨ, ਖਾਸ ਕਰਕੇ ਕਲਾਈਵ, ਵਾਰਨ ਹੈਸਟਿੰਗਸ ਆਦਿ ਦੇ ਲੇਖਾਂ ਦੇ ਹਾਸ਼ੀਏ ਵਿੱਚ ਆਪਣੀਆਂ ਰਾਵਾਂ ਤੇ ਆਪਣੇ ਗੁੱਸੇ ਗਿਲੇ ਜ਼ਾਹਰ ਕੀਤੇ ਹੋਏ ਹਨ। ਨਾਲ ਹੀ ਲਾਲਾ ਕੁੰਦਨ ਲਾਲ ਜੀ ਨੇ ਮੈਨੂੰ ਇੱਕ ਸਥਾਨਿਕ ਥੀਏਟਰ ਦਾ ਪਾਸ ਵੀ ਲੈ ਕੇ ਦਿੱਤਾ ਹੋਇਆ ਸੀ। ਮੈਂ ਮਹੀਨੇ ਦੇ 30 ਦਿਨਾਂ ਵਿੱਚੋਂ 26 ਦਿਨ ਥੀਏਟਰ ਵੇਖਦਾ ਸਾਂ। ਨਾਟਕ ਵੀ ਚੰਦਰਹਾਸ, ਬਿਕਰਮਜੀਤ, ਰਾਣਾ ਪ੍ਰਤਾਪ ਆਦਿ ਦੇ ਕੌਮੀ ਉੱਚਤਾ ਦੇ ਹੁੰਦੇ ਸਨ। ਇਨ੍ਹਾਂ ਖੇਲਾਂ ਦਾ ਮੇਰੇ ਦਿਲ ਉੱਤੇ ਬਹੁਤ ਡੂੰਘਾ ਅਸਰ ਪਿਆ। ਮੈਂ ਖਿਆਲ ਕਰਨ ਲੱਗਾ ਕਿ ਅਸਲ ਜ਼ਿੰਦਗੀ ਤਾਂ ਸਟੇਜ ਵਾਲੀ ਹੈ, ਇਹ ਬਾਹਰਲੀ ਜ਼ਿੰਦਗੀ ਐਵੇਂ ਵਾਧੂ ਨਕਲੀ ਜਿਹੀ ਹੈ। ਇੱਕ ਵੇਰ ਮੈਂ ਚਾਹ ਪ੍ਰਗਟ ਕੀਤਾ ਕਿ ਐਕਟਰ ਸਾਡੇ ਕੋਲ ਕੋਠੇ ਬਹਿ ਕੇ ਆਪਣੇ ਹੁਨਰ ਦਾ ਕਮਾਲ ਵਿਖਾਉਣ। ਹੈਡਮਾਸਟਰ ਸਾਹਿਬ ਦੀ ਸਹਾਇਤਾ ਨਾਲ ਅਜਿਹਾ ਹੀ ਕੀਤਾ ਗਿਆ। ਮੈਂ ਕੁਰਸੀ ਦੀ ਢੋਅ ਪਿੱਛੇ ਖੜੋ ਕੇ ਸੁਣਦਾ ਸਾਂ ਅਤੇ ਗਾਉਣ ਵਾਲੇ ਦੀਆਂ ਸਿਸਕੀਆਂ ਦੇ ਨਾਲ ਡੁਸਕਾਰੇ ਭਰਦਾ ਸਾਂ। ਉਸ ਦੀਆਂ ਇਹ ਤੁਕਾਂ ਅਜੇ ਤੱਕ ਮੇਰੀ ਯਾਦ ਨੂੰ ਟੁੰਬਦੀਆਂ ਹਨ। ਬੇਕਸੀ ਰੋਏਗੀ ਤੁਰਬਤ ਪੈ ਮੇਰੀ ਬਾਦੇ ਫਨਾ, ਗਮੇ ਰੰਜ ਹੋਂਗੇ मेरी लाश उठाने वाले। बेकसी रोएगी तुरबत पे मेरी बादे फना, गमे रंग होंगे मेरे लाश उठाने वाले। उस आले दुआले ਦਾ ਅਸਰ ਇਹ ਹੋਇਆ ਕਿ ਮੈਂ ਵੀ ਕਲਮ ਝਰੀਟ ਬਣ ਲੱਗਾ। ਉਹਨਾਂ ਦਿਨਾਂ ਵਿੱਚ ਜਦੋਂ ਮੈਂ ਅਜੇ 7ਵੀਂ ਜਮਾਤ ਵਿੱਚ ਪੜ੍ਹਦਾ ਸਾਂ, ਮੈਂ ਚਿੱਤਰਕਾਰੀ ਉੱਤੇ ਅੰਗਰੇਜ਼ੀ ਵਿੱਚ ਇੱਕ ਕਿਤਾਬ ਲਿਖੀ ਜੋ ਅਜੇ ਤੱਕ ਮੈਂ ਆਪਣੇ ਪਾਸ ਸਾਂਭ ਕੇ ਰੱਖੀ ਹੋਈ ਹੈ। ਉਪਰੰਤ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਦਸ਼ਮੇਸ਼ ਜੀ ਦੀ ਅਦੁੱਤੀ ਸ਼ਖਸੀਅਤ ਉੱਤੇ ਇੱਕ ਅੰਗਰੇਜ਼ੀ ਨਾਟਕ ਲਿਖਿਆ ਜੋ ਉਸ ਵਕਤ ਦੇ ਰਸਾਲਿਆਂ ਨੇ ਤਾਂ ਨਾ ਛਾਪਿਆ, ਪਰ ਕੁਝ ਵਰ੍ਹਿਆਂ ਮਗਰੋਂ ਉਸੇ ਨੂੰ ਡਾਢੇ ਮਾਣ ਨਾਲ ਸਿੱਖ ਰਿਵਿਊ ਨੇ ਆਪਣੇ ਹੱਥਾਂ ਵਿੱਚ ਥਾਂ ਦਿੱਤੀ। ਫਿਰ 1956 ਵਿੱਚ ਕੁਝ ਸੀਨ ਅਭਿਨੰਦਰ ਗ੍ਰੰਥ ਵਿੱਚ ਛਪੇ। ਉਸ ਰਚਨਾ ਦੀ ਇਹ ਤੁਕ ਮੈਨੂੰ ਜ਼ਬਾਨੀ ਯਾਦ ਹੈ। ਨੈਵਰ ਵਾਜ਼ ਇੰਡੀਆ ਲੋਸਟ ਬਟ ਵਾਈ ਹਰ ਆਊਨ। ਹਿੰਦ ਜਦੋਂ ਵੀ ਹਾਰਿਆ ਆਪਣੇ ਭਾਵ ਆਪਣਿਆਂ ਦੇ ਹੱਥੋਂ ਹਾਰਿਆ। ਸੰਨ 1908 ਵਿੱਚ ਮੈਂ ਮਿਡਲ ਦਾ ਇਮਤਿਹਾਨ ਦਿੱਤਾ। ਉਪਰੰਤ ਪਿੰਡੀ ਦੇ ਸਾਰੇ ਮਿਡਲ ਸਕੂਲਾਂ ਦੇ ਮੁਕਾਬਲੇ ਦਾ ਇਮਤਿਹਾਨ ਸ਼ਾਹਪੁਰ ਵਿੱਚ ਹੋਇਆ। ਮੈਂ ਵੀ ਉਸ ਵਿੱਚ ਬੈਠਾ। ਕੁਝ ਹਫ਼ਤਿਆਂ ਮਗਰੋਂ ਮੈਨੂੰ ਹੈਡਮਾਸਟਰ ਸਾਹਿਬ ਵੱਲੋਂ ਸਕੂਲ ਦੇ ਹਾਲ ਵਿੱਚ ਹਾਜ਼ਰ ਹੋਣ ਦਾ ਸੱਦਾ ਆਇਆ। ਮੈਂ ਗਿਆ। ਅੱਗੇ ਵੱਡਾ ਸਾਰਾ ਜਲਸਾ ਹੋ ਰਿਹਾ ਸੀ। ਸਰ ਮੈਕਲਕੂਲ ਹੇਲ, ਜੋ ਉੱਥੋਂ ਦੇ ਕਲੋਨੀਅਲ ਅਫਸਰ ਸਨ, ਪ੍ਰਧਾਨਗੀ ਦੀ ਕੁਰਸੀ 'ਤੇ ਬੈਠੇ ਸਨ। ਖਲੀਫਾ ਉਮਰਦੀਨ ਸਾਹਿਬ ਜੋ ਇੰਸਪੈਕਟਰ ਸਨ, ਉਹ ਵੀ ਹਾਜ਼ਰ ਸਨ। ਇੰਸਪੈਕਟਰ ਸਾਹਿਬ ਨੇ ਇਨਾਮੀ ਟਾਕਰੇ ਦੇ ਨਤੀਜੇ ਦੱਸਦਿਆਂ ਮੇਰਾ ਜ਼ਿਕਰ ਕੀਤਾ ਕਿ ਇਹ ਲੜਕਾ ਅਵਲ ਰਿਹਾ ਹੈ। ਸੋ ਇਹ ਝਾਤ ਪਾਈ ਆਪਾਂ ਉਹਨਾਂ ਦੀ ਜ਼ਿੰਦਗੀ ਦੇ ਉੱਪਰ, ਅਤੇ ਹੁਣ ਆਪਾਂ ਇਸ ਦੇ ਨਾਲ ਸੰਬੰਧਿਤ ਪ੍ਰਸ਼ਨ ਉੱਤਰ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਸਾਰ ਹੀ ਹੈ ਇਸ ਦਾ, ਅਤੇ ਉਂਝ ਆਪਾਂ ਪੂਰੀ ਦੀ ਪੂਰੀ ਜੋ ਆਪ ਬੀਤੀ ਆ ਤੁਹਾਨੂੰ ਸੁਣਾ ਦਿੱਤੀ, ਅਤੇ ਉਸ ਵਿੱਚ ਜੋ ਵੀ ਐਕਸਪਲੇਨ ਕਰਨਾ ਸੀ, ਵਿਸਥਾਰ ਕਰਨਾ ਸੀ, ਉਹ ਵੀ ਤੁਹਾਨੂੰ ਦੱਸ ਦਿੱਤਾ ਕਰਕੇ। ਪਰ ਫਿਰ ਵੀ ਮੈਂ ਸੰਖੇਪ ਦੇ ਤੁਹਾਨੂੰ ਦੁਬਾਰਾ ਫਿਰ ਦੱਸ ਦਿੰਦੀ ਹਾਂ ਕਿ ਮੁੱਢਲੀ ਅਵਸਥਾ ਵਿੱਚ ਮਿਡਲ ਦੀ ਪੜ੍ਹਾਈ ਦੋਵੇਂ ਸਵੈ-ਜੀਵਨੀ ਅੰਸ਼ ਪ੍ਰਿੰਸੀਪਲ ਤੇਜਾ ਸਿੰਘ ਸਵੈ-ਜੀਵਨੀ ਆਰਸੀ ਵਿੱਚੋਂ ਲਏ ਗਏ ਹਨ। ਇਹਨਾਂ ਦੋਹਾਂ ਵਿੱਚ ਲੇਖਕ ਨੇ
ਮੁੱਖ ਰੂਪ ਵਿੱਚ ਆਪਣੇ ਮੁੱਢਲੇ ਜੀਵਨ ਵਿੱਚ ਆਈਆਂ ਔਕੜਾਂ ਦੇ ਬਾਵਜੂਦ ਵੀ ਆਪਣੀ ਪੜ੍ਹਾਈ ਦੀ ਲਗਨ ਪੇਸ਼ ਕੀਤੀ। ਮਾਪਿਆਂ ਨੇ 5ਵੀਂ ਪਾਸ ਕਰਾਉਣ ਮਗਰੋਂ ਲੇਖਕ ਨੂੰ ਘਰ ਦੇ ਕੰਮਾਂ ਵਿੱਚ ਲਾ ਦਿੱਤਾ। ਉਹ ਡੰਗਰ ਚਾਰਦਿਆਂ ਵਾਘੀਆਂ ਨੂੰ ਕਿੱਸਾ ਸੁਣਾਉਂਦਾ ਤੇ ਜੰਤਰੀ ਵੀ ਵਾਚ ਕੇ ਦੱਸਦਾ। ਇੱਕ ਵਾਰ ਆਟਾ ਪਿਸਾ ਕੇ ਆਉਂਦਿਆਂ ਉਹ ਚੰਦਰਭਾਨ ਨੇ ਜੋ ਜਿੰਨ ਬਣ ਗਿਆ ਸੀ। ਲੋਕ ਕਹਿੰਦੇ ਸਨ ਕਿ ਉਹ ਆਪ ਤਾਂ ਹਿੰਦੂ ਸੀ, ਪਰ ਉਹ ਅਰਬੀ ਪੜ੍ਹਾਉਂਦਾ ਸੀ, ਇਸ ਕਰਕੇ ਉਹ ਜਿੰਨ ਬਣ ਗਿਆ। ਖਿਆਲਾਂ ਵਿੱਚ ਉਸਨੇ ਉਸ ਨੂੰ ਬਹੁਤ ਡਰਾਇਆ ਤੇ ਉਸਨੇ ਨੰਬਰਦਾਰ ਨੂਰਦੀਨ ਤੋਂ ਤਸਵੀਰਾਂ ਖਿੱਚਣ ਦਾ ਸ਼ੌਂਕ ਵੀ ਪ੍ਰਾਪਤ ਕੀਤਾ ਤੇ ਈਸ਼ਰ ਦਾਸ ਦੁਆਰਾ ਦੁਕਾਨਦਾਰ ਤੋਂ ਸਾਹਿਤ ਦੀ ਚੇਟਕ ਵੀ ਲੱਗੀ। ਹੋਲੀਆਂ ਵਿੱਚ ਨਿਕਲਣ ਵਾਲੀਆਂ ਝਾਕੀਆਂ ਤੋਂ ਉਸ ਦੀ ਨਾਟਕ ਵਿੱਚ ਰੁਚੀ ਜਾਗੀ। ਉਹ ਰਾਸਧਾਰੀਆਂ ਤੇ ਜੈ ਕਿਸ਼ਨ ਦੇ ਬਾਪ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹ ਘਰਦਿਆਂ ਤੋਂ ਚੋਰੀ ਬੌਰੀਆਂ ਨਾਲ ਰਾਵਲਪਿੰਡੀ ਚਲਾ ਗਿਆ ਅਤੇ ਘਰੇਲੂ ਨੌਕਰ ਬਣ ਕੇ ਅਨਿੰਦਰਾ ਕੱਟ ਕੇ ਪੜ੍ਹਾਈ ਕਰਨ ਲੱਗਾ। ਉਸ ਦਾ ਆਪਣੇ ਪਿੰਡ ਨਾਲ ਬਹੁਤ ਪਿਆਰ ਸੀ। ਉਹ ਘਿਓ ਖਵਾਉਣ ਵਾਲੀ ਮਾਮੀ ਦੇ ਪਿਆਰ ਨੂੰ ਵੀ ਨਾ ਭੁੱਲ ਸਕਿਆ। ਉਸਨੇ ਉਸਦੀ ਮਾਮੀ ਦੀ ਇੱਛਾ ਅਨੁਸਾਰ ਉਸਦੀ ਧੀ ਲక్ష్ਮੀ ਦਾ ਵਿਆਹ ਸਿੱਖ ਲੜਕੇ ਨਾਲ ਕਰਵਾਇਆ, ਕਿਉਂਕਿ ਉਹ ਖੁਦ ਹਿੰਦੂ ਸੀ ਤੇ ਉਸਦੇ ਨਾਨਕੇ ਆਪ ਉਹ ਸਿੱਖ ਸੀ, ਪਰ ਉਸਦਾ ਵਿਆਹ ਹਿੰਦੂਆਂ ਦੇ ਘਰ ਹੋ ਗਿਆ ਸੀ। ਪਰ ਉਹ ਚਾਹੁੰਦੀ ਸੀ ਕਿ ਉਸਦੀ ਧੀ ਦਾ ਵਿਆਹ ਸਿੱਖਾਂ ਦੇ ਘਰ ਹੋਵੇ ਤੇ ਇੰਝ ਹੀ ਹੋਇਆ। ਫਿਰ ਉਸ ਤੋਂ ਬਾਅਦ ਉਹ ਸਰਗੋਦੇ ਜਾ ਕੇ ਮਿਡਲ ਸਕੂਲ ਵਿੱਚ ਦਾਖਲ ਹੋਇਆ। ਉਹ ਮਾਸਟਰ ਕੁੰਦਨ ਲਾਲ ਦੀ ਪੜ੍ਹਾਈ ਤੋਂ ਅਤਿਅੰਤ ਪ੍ਰਭਾਵਿਤ ਹੋਇਆ। ਉਸ ਦੀ ਪ੍ਰੇਰਨਾ ਨਾਲ ਅੰਗਰੇਜ਼ੀ ਸਾਹਿਤ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਤੇ ਥੀਏਟਰ ਵਿੱਚ ਵੀ ਦਿਲਚਸਪੀ ਰੱਖਣ ਲੱਗਾ। ਉਹ ਅੰਗਰੇਜ਼ੀ ਦਾ ਲਿਖਾਰੀ ਬਣ ਗਿਆ ਤੇ ਪਿੰਡ ਦੀ ਜੋ ਰਾਵਲਪਿੰਡੀ ਡਿਵੀਜ਼ਨ ਦੇ 8ਵੀਂ ਜਮਾਤ ਦੇ ਮੁਕਾਬਲੇ ਦੇ ਇਮਤਿਹਾਨ ਦੇ ਵਿੱਚ ਵੀ ਉਹ ਅਵਲ ਰਿਹਾ ਸੀ। ਫਿਰ ਅੱਗੇ ਆ ਗਿਆ ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਬਚਪਨ ਦੀ ਜ਼ਿੰਦਗੀ ਬਾਰੇ ਲਿਖਿਆ ਹੈ। ਮੈਂ ਇਸ ਜ਼ਿੰਦਗੀ ਨਾਲ ਰਾਜ਼ੀ ਨਹੀਂ ਸਾਂ, ਦੱਸੋ। ਤੇ ਬੱਚੇ ਉਹਨੂੰ ਬਚਪਨ ਦੇ ਵਿੱਚ ਕੀ ਕਰਨਾ ਪੈਂਦਾ ਸੀ? ਡੰਗਰ ਚਾਰਨੇ ਪੈਂਦੇ ਸਨ, ਹੱਟੀ ਕਰਨ ਦੇ ਜਿਹੜੇ ਸਮਾਨ ਢੋਣਾ, ਹੋਰ ਕੰਮ ਕਰਨੇ ਪੈਂਦੇ ਸਨ, ਆਟਾ ਪਿਸਾਉਣਾ, ਬਾਲਣ ਲਿਆਉਣਾ ਆਦਿ ਪੇਂਡੂ ਕੰਮ ਕਰਨੇ ਪੈਂਦੇ ਸਨ। ਪਰ ਉਹ ਦੱਸਦਾ ਸੀ ਕਿ ਮੈਂ ਉਹਦੀ ਦਿਲੀ ਅਰਮਾਨ ਸਨ, ਠੀਕ ਹੈ, ਵੀ ਮੈਂ ਮਾਸਟਰ ਬਣਨਾ ਹੈ, ਖੁਦ ਪੜ੍ਹਨਾ ਤੇ ਬੱਚਿਆਂ ਨੂੰ ਪੜ੍ਹਾਉਣਾ। ਇਸ ਕਰਕੇ ਉਹ ਸੰਤੁਸ਼ਟ ਨਹੀਂ ਸਨ ਆਪਣੀ ਜ਼ਿੰਦਗੀ ਤੋਂ। ਫਿਰ ਉਸ ਤੋਂ ਬਾਅਦ ਆ ਗਿਆ ਤੇਜਾ ਸਿੰਘ ਅਤੇ ਤਾਇਆ ਜਗਨਨਾਥ। ਆਟਾ ਪਿਸਾ ਕੇ ਵਾਪਸ ਆਉਂਦਿਆਂ ਰਾਤ ਨੂੰ ਜਦੋਂ ਸੇਵਿਆਂ ਕੋਲੋਂ ਲੰਘ ਰਹੇ ਸਨ ਤਾਂ ਕਿਹੜੀ ਘਟਨਾ ਵਾਪਰੀ? ਇਸ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ। ਬੱਚੋ, ਤਾਇਆ ਜਗਨਨਾਥ ਨਾਲ ਉਹ ਇੱਕ ਵਾਰੀ ਆ ਰਹੇ ਸਨ ਆਟਾ ਪਿਹਾ ਕੇ। ਸਾਰਾ ਦਿਨ ਉਹਨਾਂ ਦੀ ਵਾਰੀ ਨਹੀਂ ਸੀ ਆਈ, ਪਰ ਜਦੋਂ ਰਾਤ ਨੂੰ ਵਾਰੀ ਆਈ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਸੀਵੇ ਪੈਂਦੇ ਸਨ। ਤਾਂ ਇੱਕ ਬੰਦਾ ਮਰਿਆ ਸੀ ਚੰਦਰਭਾਨ ਨਾਂ ਦਾ, ਤੇ ਉਹ ਅਰਬੀ ਪੜ੍ਹਾਉਂਦਾ ਸੀ। ਪਿੰਡ ਦੇ ਲੋਕ ਕਹਿੰਦੇ ਨੇ ਵੀ ਉਹ ਜਿੰਨ ਬਣੇਗਾ ਜੋ ਅਰਬੀ ਪੜ੍ਹਾਉਂਦਾ, ਖੁਦ ਉਹ ਹਿੰਦੂ ਸੀ, ਠੀਕ ਹੈ ਨਾ। ਤੇ ਇਸ ਤੋਂ ਬਾਅਦ ਉਹਨਾਂ ਨੂੰ ਡਰ ਲੱਗਿਆ। ਉਹ ਕਹਿੰਦੇ ਸਨ ਵੀ ਬਚ ਕੇ ਨਿਕਲਣਾ ਏ, ਠੀਕ ਹੈ, ਵੀ ਉਹਦੀ ਜਿਹੜੀ ਉਹਦੇ ਉੱਪਰ ਲਾਲ ਚਾਦਰ ਪਾਈ ਹੋਈ ਹੈ, ਕਿੱਲੀਆਂ ਉੱਪਰ ਲੱਗੀਆਂ ਹੋਈਆਂ ਨੇ, ਠੀਕ ਹੈ ਨਾ। ਪਰ ਵੀ ਉੱਥੇ ਪਹੁੰਚ ਗਏ ਸੀ, ਬਹੁਤ ਡਰੇ। ਜਿਹੜੇ ਜਗਨਨਾਥ ਸੀ ਉਹ ਤਾਂ ਚਲੇ ਗਏ, ਭੱਜ ਗਏ ਸੀ ਉੱਥੋਂ, ਠੀਕ ਹੈ ਨਾ। ਤੇ ਲੇਖਕ ਉੱਥੇ ਖੜੇ ਰਹੇ। ਉਹ ਡਰਦੇ ਮਾਰੇ ਇੱਕ ਜਿਹੜਾ ਤੂਤ ਸੀਗਾ ਉੱਥੇ, ਤੂਤ ਦੇ ਨਾਲ ਪ੍ਰਿੰਸੀਪਲ ਤੇਜਾ ਜੀ ਉੱਥੇ ਚੁੰਬੜ ਕੇ ਖੜ ਗਏ। ਸਾਰੀ ਰਾਤ ਡਰੇ, ਪਰ ਉਹ ਭੱਜੇ ਨਹੀਂ ਸੀ, ਕਿਉਂਕਿ ਉਹਨਾਂ ਨੂੰ ਆਟੇ ਦਾ ਵੀ ਫਿਕਰ ਸੀ। ਉਹ ਸਵੇਰ ਸਾਰੀ ਬੋਰੀ ਜਿਹੜੀ ਉਹ ਖੂਹ 'ਤੇ ਚਲਾ ਗਿਆ ਤੇ ਕਿਸੇ ਕੋਲੋਂ ਬੋਰੀ ਚੁਕਾ ਕੇ ਘਰ ਪੁੱਜੇ ਸਨ, ਠੀਕ ਹੈ ਨਾ। ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਉਹ ਤੋੜ ਨਿਭਦੀ ਹੈ। ਪ੍ਰਿੰਸੀਪਲ ਤੇਜਾ ਨੇ ਇਹ ਟਿੱਪਣੀ ਕਿਹੜੇ ਪ੍ਰਸੰਗ ਵਿੱਚ ਕੀਤੀ? ਪ੍ਰਿੰਸੀਪਲ ਤੇਜਾ ਸਿੰਘ ਜਦੋਂ ਇਹ ਦੱਸਦਾ ਹੈ ਕਿ ਵੱਡਾ ਹੋ ਕੇ ਉਸਨੇ ਹਿੰਦੂ ਮਤ ਸੰਬੰਧੀ ਜਿਹੜੀਆਂ ਵੀ ਗੱਲਾਂ ਕੀਤੀਆਂ ਨੇ, ਲੈਕਚਰ ਕੀਤੇ ਨੇ, ਲਿਖਤਾਂ ਦੇ ਵਿੱਚ ਉਹਨਾਂ ਨੂੰ ਵਰਤਿਆ ਹੈ ਨਾ, ਬਚਪਨ ਦੇ ਵਿੱਚ ਉਹ ਸਭ ਕੁਝ ਸਿੱਖਿਆ ਸੀ ਕਿਹਨਾਂ ਤੋਂ? ਪੰਡਿਤ ਈਸ਼ਰ ਦਾਸ ਜੀ ਤੋਂ। ਜੋ ਕੁਝ ਵੀ ਆਪਾਂ ਬਚਪਨ 'ਚ ਸਿੱਖਦੇ ਹਾਂ ਨਾ ਬੱਚਿਓ, ਸਾਰੀ ਜ਼ਿੰਦਗੀ ਉਹ ਨਾਲ ਚੱਲਦਾ। ਅੱਗੇ ਤੇਜਾ ਸਿੰਘ ਨੂੰ ਪੜ੍ਹਾਈ ਕਰਨ ਵਿੱਚ ਕਿਸ ਕਿਸ ਤਰ੍ਹਾਂ ਦੀਆਂ ਔਕੜਾਂ ਆਈਆਂ, ਉਸ ਨੇ ਉਹਨਾਂ ਨੂੰ ਕਿਸ ਤਰ੍ਹਾਂ ਹੱਲ ਕੀਤਾ? ਬਹੁਤ ਔਕੜਾਂ ਆਈਆਂ ਸੀ। ਸ਼ੁਰੂ ਦੇ ਵਿੱਚ ਤਾਂ ਉਹਦੇ ਘਰ ਦੇ ਕਹਿੰਦੇ ਸੀ ਵੀ ਘਰ ਦੇ ਕੰਮ ਕਰਨੇ ਨਹੀਂ, ਪੜ੍ਹਨਾ ਨਹੀਂ ਅੱਗੇ, ਤੇ ਪਰ ਉਹ ਪੜ੍ਹਨਾ ਚਾਹੁੰਦੇ ਸਨ। ਸਭ ਤੋਂ ਵੱਡੀ ਔਕੜ ਤਾਂ ਇਹੀ ਸੀ। ਫਿਰ 1902 ਵਿੱਚ ਜਦੋਂ ਉਸਨੇ 5ਵੀਂ ਪਾਸ ਕੀਤੀ ਤਾਂ ਉਸਦੇ ਮਾਪਿਆਂ ਨੂੰ ਉਸਨੂੰ ਅੱਗੋਂ ਪੜ੍ਹਾਉਣੋਂ ਮਨਾ ਕਰ ਦਿੱਤਾ, ਠੀਕ ਹੈ ਨਾ। ਉਹ ਘਰ ਦੇ ਕੰਮਾਂ ਦੇ ਵਿੱਚ ਹੀ ਲਾ ਲਿਆ, ਬਿਲਕੁਲ ਸੰਤੁਸ਼ਟ ਨਹੀਂ ਸਨ। ਤੇ 1905 ਵਿੱਚ ਇੱਕ ਦਿਨ ਉਹ ਘਰਦਿਆਂ ਤੋਂ ਚੋਰੀ ਬੌਰੀਆਂ ਦੇ ਨਾਲ ਰਾਵਲਪਿੰਡੀ ਚਲੇ ਗਏ। ਇੱਥੇ ਉਹ ਇੱਕ ਹਿੰਦੂ ਬਿਰਧ ਦੇ ਘਰ ਨੌਕਰ ਬਣ ਗਏ। ਤਾਂ ਪੜ੍ਹਦੇ ਵੀ ਸੀ, ਕੰਮ ਵੀ ਕਰਦੇ ਸਨ, ਰਾਤ ਨੂੰ ਲੱਤਾਂ ਘੁੱਟਦੇ ਸਨ ਤੇ ਹੋਰ ਬਹੁਤ ਕੰਮ ਕਰਦੇ ਸਨ। ਪਰ ਉਸ ਤੋਂ ਬਾਅਦ ਉਹਦੇ ਨਾਨਕਿਆਂ ਨੂੰ ਪਤਾ ਲੱਗ ਗਿਆ ਸੀ ਤੇ ਲੇਖਕ ਦੇ ਜਿਹੜੇ ਨਾਨਕੇ ਸਨ ਉਹਨਾਂ ਨੂੰ ਲੈ ਗਈ ਸਨ ਆਪਣੇ ਨਾਲ। ਤੇ ਉਹਨਾਂ ਦੀ ਇੱਕ ਮਾਮੀ ਸੀ ਜੋ ਉਹਨਾਂ ਨੂੰ ਬੜਾ ਪਿਆਰ ਕਰਦੀ ਸੀ, ਠੀਕ ਹੈ ਨਾ।
ਸੋ ਇਸ ਕਰਕੇ ਉੱਥੇ ਉਹ ਪੜ੍ਹਦੇ ਰਹੇ ਤੇ ਇੰਨੀਆਂ ਔਕੜ ਆਈਆਂ ਸਨ, ਪਰ ਫਿਰ ਵੀ ਉਹਨਾਂ ਨੇ ਹਿੰਮਤ ਨਹੀਂ ਸੀ ਹਾਰੀ। ਫਿਰ ਉਸ ਤੋਂ ਬਾਅਦ ਆ ਗਿਆ ਤੇਜਾ ਸਿੰਘ ਨੂੰ ਆਪਣੇ ਬਚਪਨ ਵਿੱਚ ਇਤਿਹਾਸ, ਮਿਥਿਹਾਸ, ਸਾਹਿਤ ਆਦਿ ਪ੍ਰਤੀ ਚੇਤਕ ਲਾਉਣ ਲਈ ਕਿਹੜੇ-ਕਿਹੜੇ ਪ੍ਰੇਰਕ ਮਿਲੇ। ਤੇਜਾ ਸਿੰਘ ਜੀ ਨੂੰ ਉਸ ਦੇ ਬਚਪਨ ਵਿੱਚ ਇਤਿਹਾਸ, ਮਿਥਿਹਾਸ ਤੇ ਸਾਹਿਤ ਪ੍ਰਤੀ ਚੇਤਕ ਲਾਉਣ ਵਾਲੇ ਬਹੁਤ ਸਾਰੇ ਪ੍ਰੇਰਕ ਮਿਲੇ। ਉਸ ਨੂੰ ਪੁਰਾਤਨ ਸਾਹਿਤ ਦੀ ਚੇਤਕ ਪਿੰਡ ਦੇ ਦੁਕਾਨਦਾਰ ਈਸ਼ਰ ਦਾਸ ਨੇ ਪਾਈ। ਉਸਨੇ ਉਸ ਨੂੰ ਰਾਮਾਇਣ, ਮਹਾਭਾਰਤ, ਭਾਗਵਤ ਆਦਿ ਕਥਾ ਕਹਾਣੀਆਂ ਸੁਣਾਈਆਂ। ਹਿੰਦੁਸਤਾਨ ਦੇ ਮਿਥਿਹਾਸ ਤੇ ਨਾਟਕ ਵੱਲ ਲੇਖਕ ਦੀ ਰੁਚੀ ਉਹਨਾਂ ਦਿਨਾਂ ਤੋਂ ਬਣਨੀ ਸ਼ੁਰੂ ਹੋਈ ਸੀ ਜਦੋਂ ਹੋਲੀਆਂ ਵਿੱਚ ਸਾਰਾ ਪਿੰਡ ਰਲ ਕੇ ਝਾਕੀਆਂ ਕੱਢਦਾ ਸੀ। ਇਹਨਾਂ ਵਿੱਚ ਉਸਨੇ ਰਾਣੀ ਤਾਰਾਮਤੀ ਦਾ ਪਾਰਟ ਅਦਾ ਕੀਤਾ ਸੀ। ਤੇਜਾ ਸਿੰਘ ਨੇ ਪਿੰਡ ਵਿੱਚ ਰਹਿੰਦਿਆਂ 1-2 ਵਾਰੀ ਰਾਸਧਾਰੀਆਂ ਦੀ ਮੰਡਲੀ ਦੇ ਨਾਲ ਵੀ ਕੰਮ ਕੀਤਾ, ਠੀਕ ਹੈ ਨਾ। ਉੱਥੇ ਵੀ ਰਹੇ ਉਹ, ਉੱਥੋਂ ਬਹੁਤ ਕੁਝ ਸਿੱਖਿਆ। ਅਤੇ ਉਹਦਾ ਜੋ ਗੁਆਂਢੀ ਸੀ ਜੈ ਕਿਸ਼ਨ ਦੇ ਘਰ, ਉਹਨਾਂ ਦਾ ਜੋ ਮੰਡਲੀਆਂ ਸਨ ਉਹ ਆਉਂਦੀਆਂ ਸਨ ਅਤੇ ਉਹਨਾਂ ਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ, ਜਿਵੇਂ ਪੁਰਾਣੀਆਂ ਲਿਖਤਾਂ ਹੋ ਗਈਆਂ ਹੋਰ। ਫਿਰ ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿੱਚ ਰੁਚੀ ਸਰਗੋਧੇ ਦੇ ਮਾਸਟਰ ਲਾਲਾ ਕੁੰਦਨ ਲਾਲ ਜੀ ਨੇ ਪਾਈ ਸੀ। ਉਸਨੇ 7ਵੀਂ ਜਮਾਤ ਵਿੱਚ ਪੜ੍ਹਦੇ ਲੇਖਕ ਨੂੰ ਮੈਕਾਲੇ ਦੀਆਂ ਪੁਸਤਕਾਂ ਦਿੱਤੀਆਂ, ਲੇਖਾਂ ਦੀਆਂ। ਥੀਏਟਰ ਦੀ ਰੁਚੀ ਵੀ ਉਹਨਾਂ ਨੇ ਜਗਾਈ ਸੀ, ਠੀਕ ਹੈ ਨਾ। ਫਿਰ ਇਸ ਕਰਕੇ ਉਸ ਉੱਪਰ ਚੰਦਰ ਹਾਂਸ, ਬਿਕਰਮਜੀਤ ਤੇ ਰਾਣਾ ਪ੍ਰਤਾਪ ਨਾਲ ਸੰਬੰਧਿਤ ਕੌਮੀ ਉੱਚਤਾ ਵਾਲੇ ਨਾਟਕਾਂ ਦਾ ਬਹੁਤ ਪ੍ਰਭਾਵ ਪਿਆ। ਅਤੇ ਰੁਚੀ ਵੀ ਅੰਗਰੇਜ਼ੀ ਪੁਸਤਕਾਂ ਲਿਖਣਾ, ਪੜ੍ਹਨਾ ਅਤੇ ਉਹਨਾਂ ਤੋਂ ਹੀ ਰੁਚੀ ਪਈ ਸੀ, ਠੀਕ ਹੈ, ਲਾਲਾ ਕੁੰਦਨ ਲਾਲ ਜੀ ਨੇ। ਇਸ ਤਰ੍ਹਾਂ ਉਹਨਾਂ ਨੂੰ ਅਲੱਗ-ਅਲੱਗ ਲੋਕ ਮਿਲੇ ਸਨ ਜਿਨ੍ਹਾਂ ਤੋਂ ਉਹਨਾਂ ਨੂੰ ਇਹ ਰੁਚੀ ਪਈ ਸੀ। ਅਸਲ 'ਚ ਉਹਨਾਂ ਦੇ ਅੰਦਰ ਸਿੱਖਣ ਦੀ ਜਾਂਚ ਸੀ। ਉਹ ਲੋਕ ਹੋਰਾਂ ਨੂੰ ਵੀ ਮਿਲਦੇ ਸਨ, ਪਰ ਹੋਰਾਂ ਉੱਤੇ ਪ੍ਰਭਾਵ ਨਹੀਂ ਪਿਆ ਕਿਉਂਕਿ ਉਹਨਾਂ ਦੇ ਅੰਦਰ ਇਹ ਸਿੱਖਣ ਦੀ ਜਾਂਚ ਸੀ। ਇੱਕ ਸਵੈ ਜੀਵਨੀਕਾਰ ਦੇ ਤੌਰ 'ਤੇ ਪ੍ਰਿੰਸੀਪਲ ਤੇਜਾ ਸਿੰਘ ਦੀ ਜਿਹੜੀ ਲਿਖਤ ਦੀਆਂ ਖੂਬੀਆਂ ਲਿਖੋ। ਬਹੁਤ ਸੋਹਣਾ ਲਿਖਦੇ ਨੇ ਉਹ। ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਮਤਲਬ ਇੱਕ ਪੜ੍ਹਨ ਲਈ ਬਹੁਤ ਉਹਨਾਂ ਨੂੰ ਮਤਲਬ ਕਹਿ ਦਿਓ ਵੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਸੀ। ਬਹੁਤ ਔਕੜਾਂ ਪਾਰ ਕਰਕੇ ਉਹ ਲਿਖਾਰੀ ਬਣਨ ਦੀਆਂ ਘਟਨਾਵਾਂ ਉਹਨਾਂ ਨੇ ਦੱਸੀਆਂ ਨੇ ਅਤੇ ਉੱਥੋਂ ਦੇ ਜਿਹੜੇ ਸਮਾਜਿਕ, ਆਰਥਿਕ, ਵਿਦਿਅਕ ਵਾਤਾਵਰਨ ਦੀਆਂ ਝਲਕਾਂ ਵੀ ਆਪਣੇ ਸਾਹਮਣੇ ਪੇਸ਼ ਕੀਤੀਆਂ ਨੇ। ਯਥਾਰਥਕ ਅਤੇ ਇਤਿਹਾਸਿਕ ਹੋਣ ਦੇ ਨਾਲ ਨਾਲ ਬਹੁਤ ਸੋਹਣੀ ਰੌਚਕ ਜਿਹੜੇ ਭਾਵਾਂ ਨੂੰ ਵੀ ਅੱਗੇ ਲੈ ਕੇ ਆਂਦਾ। ਵੀ ਇਹਨਾਂ ਸਵੈਜੀਵਨੀ ਅੰਸ਼ਾਂ ਦੀ ਬਣਤਰ ਬੜੀ ਸੁਚੱਜੀ ਹੈ। ਸੰਖੇਪਤਾ ਇਹਨਾਂ ਦਾ ਵਿਸ਼ੇਸ਼ ਗੁਣ ਹੈ। ਘਟਨਾਵਾਂ ਲੜੀਬੱਧ ਅਤੇ ਵਿਉਂਤਬੱਧ ਹਨ। ਬਿਆਨ ਰੌਚਕ ਅਤੇ ਉਤਸੁਕਤਾ ਜਗਾਊ ਹਨ। ਅਤੇ ਆਪਣੀ ਭੈਣ ਲక్ష్ਮੀ, ਦੁਕਾਨਦਾਰ ਈਸਰ ਦਾਸ, ਅਡਿਆਲੇ ਪਿੰਡ ਦਾ ਜ਼ਿਕਰ ਕਰਦੇ, ਭੂਤਾਂ ਦਾ ਜ਼ਿਕਰ ਕਰਦੇ, ਠੀਕ ਆ, ਬਿਲਕੁਲ ਸੱਚ ਦੱਸਿਆ ਉਹਨਾਂ ਨੇ। ਇਸ ਦੇ ਵਿੱਚ ਉਹਨਾਂ ਦਾ ਬਿਆਨ ਬਹੁਤ ਹੀ ਸੁਹਿਰਦਤਾ ਭਰਿਆ ਏ। ਉਸਨੇ ਆਪਣੇ ਜੀਵਨ ਦਾ ਨੰਗਾ ਸੱਚ ਬਿਆਨ ਕੀਤਾ ਏ, ਬਿਲਕੁਲ ਵੀ ਨਹੀਂ ਡਰੇ ਉਹ। ਅਤੇ ਜੋ ਮਾਸਟਰ ਕੁੰਦਨ ਲਾਲ ਜੀ ਤੋਂ ਬਹੁਤ ਪ੍ਰਭਾਵਿਤ ਸਨ ਉਹ, ਪਰ ਫਿਰ ਵੀ ਉਹਨਾਂ ਦੀ ਸਰੀਰਕ ਦਾ ਕੋਝ ਦਾ ਜੋ ਵਰਣਨ ਸੀ ਉਹਨਾਂ ਨੇ ਕੀਤਾ, ਠੀਕ ਹੈ ਨਾ। ਫਿਰ ਉਸ ਤੋਂ ਬਾਅਦ ਸਵੈ ਜੀਵਨੀ ਅੰਸ਼ਾਂ ਵਿੱਚ ਲੇਖਕ ਅੰਦਰ ਬਚਪਨ ਦੇ ਲੜਕਪਣ ਤੋਂ ਵੱਧ ਆਪਣੇ ਆਦਰਸ਼ ਦੀ ਲਗਨ, ਅਨਿੰਦਰਾ ਕੱਟਣਾ, ਕਿਰਤ ਨਾਲ ਪਿਆਰ, ਠੀਕ ਹੈ ਨਾ, ਲਿਖਾਰੀ ਬਣਨ ਦਾ ਚਾਅ, ਇਹ ਸਾਰਾ ਕੁਝ ਬਿਆਨ ਕੀਤਾ। ਫਿਰ ਜੋ ਸਵੈ ਜੀਵਨੀ ਦੀ ਜਿਹੜੀ ਭਾਸ਼ਾ ਹੈ, ਸ਼ੈਲੀ ਹੈ, ਸਰਲ ਹੈ, ਸਪਸ਼ਟ ਹੈ, ਰੌਚਕ ਹੈ ਅਤੇ ਨਾਟਕੀ ਹੈ। ਇਹਨਾਂ ਵਿੱਚ ਕੋਈ ਵੀ ਭਾਸ਼ਾ ਇੱਦਾਂ ਦੀ ਨਹੀਂ ਜੋ ਸਮਝ ਨਾ ਆਵੇ, ਪਰ ਕਿਤੇ ਕਿਤੇ ਕੇਂਦਰੀ ਪੰਜਾਬੀ ਹੈ। ਰਾਵਲਪਿੰਡੀ ਦੇ ਪਾਤਰਾਂ ਦੀ ਵਾਰਤਾਲਾਪ ਉਹਨਾਂ ਨੇ ਪੋਠੋਹਾਰੀ ਉਪਭਾਸ਼ਾ ਦੇ ਵਿੱਚ ਕੀਤੀ ਹੈ। ਭਾਸ਼ਾ ਸਰਲ, ਢੁਕਵੀਂ, ਮੁਹਾਵਰੇਦਾਰ ਅਤੇ ਰਸ ਭਰੀ ਹੈ। ਸਮੁੱਚੇ ਤੌਰ 'ਤੇ ਅਸੀਂ ਪ੍ਰਿੰਸੀਪਲ ਤੇਜਾ ਸਿੰਘ ਜੀ ਦੁਆਰਾ ਲਿਖੇ ਹੋਏ ਸਵੈ ਜੀਵਨੀ ਅੰਸ਼ਾਂ ਨੂੰ ਇੱਕ ਚੰਗੀ ਸਵੈ ਜੀਵਨੀ ਦੀਆਂ ਖੂਬੀਆਂ ਨਾਲ ਭਰਪੂਰ ਕਹਿ ਸਕਦੇ ਹਾਂ। ਫਿਰ ਆ ਗਿਆ ਮੁੱਢਲੀ ਅਵਸਥਾ ਤੋਂ ਮਿਡਲ ਦੀ ਪੜ੍ਹਾਈ। ਸਵੈ ਜੀਵਨੀ ਅੰਸ਼ਾਂ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀ ਜਿਹੋ ਜਿਹੀ ਸ਼ਖਸੀਅਤ ਉੱਭਰਦੀ ਹੈ ਉਸ ਦਾ ਚਿਤਰਣ ਕਰੋ। ਮੁੱਢਲੀ ਅਵਸਥਾ ਅਤੇ ਮਿਡਲ ਦੀ ਪੜ੍ਹਾਈ ਸਵੈ ਜੀਵਨੀ ਅੰਸ਼ ਵਿੱਚ ਤੇਜਾ ਸਿੰਘ ਦੀ ਜੋ ਸਵੈ ਜੀਵਨੀ ਆਰਸੀ ਦੇ ਵਿੱਚੋਂ ਲਏ ਗਏ ਨੇ ਇਹ, ਠੀਕ ਹੈ ਨਾ। ਅਤੇ ਉਹਨਾਂ ਨੇ ਸਭ ਕੁਝ ਬਿਆਨ ਕੀਤਾ ਹੈ, ਜੋ ਸੱਚਾਈਆਂ ਨੇ, ਕਿਸ ਤਰ੍ਹਾਂ ਕੰਮ ਕੀਤੇ ਉਹਨਾਂ ਨੇ, ਪਰ ਫਿਰ ਵੀ ਉਹ ਲਗਨ ਵਾਲੇ ਰਹੇ, ਧੁਨ ਦੇ ਪੱਕੇ ਰਹੇ, ਆਦਰਸ਼ ਖਾਤਰ ਆਪਣੇ ਦੁੱਖ ਵੀ ਝੱਲੇ, ਪੜ੍ਹਾਈ ਵਿੱਚ ਹੁਸ਼ਿਆਰ, ਠੀਕ ਹੈ, ਸੂਝਵਾਨ, ਸੰਵੇਦਨਸ਼ੀਲ, ਆਪਣੇ ਪਿੰਡ ਨੂੰ ਬਹੁਤ ਪਿਆਰ ਕਰਨ ਵਾਲੇ, ਇਸ ਤਰ੍ਹਾਂ ਉਹ ਰਹੇ। ਉਹ ਬਹੁਤ ਘੱਟ ਸੌਣ ਵਾਲੇ ਅਤੇ ਮਿਹਨਤੀ ਨਿਬੰਧਕਾਰ ਵੀ ਰਹੇ, ਜਿਸ ਦੇ ਫਲਸਰੂਪ 1950 ਵਿੱਚ ਉਹਨਾਂ ਨੂੰ ਅਭਿਨੰਦਨ ਗ੍ਰੰਥ ਭੇਟ ਕੀਤਾ ਗਿਆ ਸੀ, ਠੀਕ ਹੈ ਨਾ। ਅਤੇ ਹੁਣ ਆਪਾਂ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਕਰਦੇ ਹਾਂ ਜੋ ਤੁਹਾਡੀ ਸਕਰੀਨ 'ਤੇ ਤੁਹਾਨੂੰ ਨਜ਼ਰ ਆ ਰਹੇ ਨੇ। ਇਹਨਾਂ ਤੋਂ ਇਲਾਵਾ ਵੀ ਬੱਚਿਓ ਆਪਾਂ ਹੋਰ ਤੁਹਾਨੂੰ ਪ੍ਰਸ਼ਨ ਦੱਸਾਂਗੇ
ਜੋ ਤੁਹਾਡੇ ਪੇਪਰ ਦੇ ਵਿੱਚ ਤੁਹਾਡੇ ਕੰਮ ਆਉਣਗੇ। ਮੁੱਢਲੀ ਅਵਸਥਾ, ਮਿਡਲ ਦੀ ਪੜ੍ਹਾਈ, ਸਵੈ ਜੀਵਨੀ ਅੰਸ਼ ਕਿਹਨਾਂ ਦੇ ਲਿਖੇ ਹੋਏ ਨੇ? ਤੇਜਾ ਸਿੰਘ ਜੀ ਦੇ। ਕਿਹੜੀ ਸਵੈ ਜੀਵਨੀ 'ਚੋਂ ਲਏ ਨੇ? ਆਰਸੀ 'ਚੋਂ। ਠੀਕ ਹੈ ਨਾ। ਕਦੋਂ 5ਵੀਂ ਪਾਸ ਕੀਤੀ ਸੀ ਉਹਨਾਂ ਨੇ? 1902 ਦੇ ਵਿੱਚ। ਪ੍ਰਿੰਸੀਪਲ ਤੇਜਾ ਸਿੰਘ ਕੋਲ ਖੂੰਡੀ ਤੋਂ ਇਲਾਵਾ ਹੋਰ ਕੀ ਹੁੰਦਾ ਸੀ? ਵੱਡੀ ਕਿੱਸਿਆਂ ਦੀ ਕਿਤਾਬ। ਪ੍ਰਿੰਸੀਪਲ ਤੇਜਾ ਸਿੰਘ ਜਦੋਂ ਆਟਾ ਪਿਸਾਉਣ ਗਿਆ ਤਾਂ ਉਸ ਦੇ ਨਾਲ ਕੌਣ ਸੀ? ਤਾਇਆ ਜਗਨਨਾਥ। ਪ੍ਰਿੰਸੀਪਲ ਤੇਜਾ ਸਿੰਘ ਨੇ ਆਪਣੇ ਤਾਏ ਦਾ ਕੀ ਨਾਂ ਦੱਸਿਆ? ਜਗਨਨਾਥ। ਸੀਵਿਆਂ 'ਚ ਸਾੜੇ ਹੋਏ ਅਰਬੀ ਬਣਾਉਣ ਵਾਲੇ ਜੋ ਬੰਦੇ ਦਾ ਨਾਂ ਕੀ ਸੀ ਮਾਸਟਰ ਦਾ? ਚੰਦਨਪਾਨ। ਪ੍ਰਿੰਸੀਪਲ ਤੇਜਾ ਸਿੰਘ ਨੂੰ ਤਸਵੀਰਾਂ ਖਿੱਚਣ ਦਾ ਸ਼ੌਂਕ ਕਿਸ ਨੇ ਪਾਇਆ? ਨੰਬਰਦਾਰ ਨੂਰ ਖਾਨ ਨੇ। ਪ੍ਰਿੰਸੀਪਲ ਤੇਜਾ ਸਿੰਘ ਨੂੰ ਕਿਸ ਨੇ ਪੁਰਾਤਨ ਸਾਹਿਤ ਦੀ ਚਾਰਟ ਲਾਈ? ਚਾਰਟ ਲਾਈ, ਠੀਕ ਹੈ, ਦੁਕਾਨਦਾਰ ਈਸ਼ਰ ਦਾਸ ਨੇ। ਪ੍ਰਿੰਸੀਪਲ ਤੇਜਾ ਸਿੰਘ ਨੇ ਹੋਲੀਆਂ ਦੇ ਦਿਨਾਂ ਵਿੱਚ ਖੇਡੇ ਗਏ ਨਾਟਕ ਵਿੱਚ ਕਿਸ ਦਾ ਰੋਲ ਅਦਾ ਕੀਤਾ ਸੀ? ਰਾਣੀ ਤਾਰਾਮਤੀ ਦਾ। ਰਾਸਧਾਰੀਆਂ ਦਾ ਡੇਰਾ ਕਿਸ ਦੇ ਘਰ ਵਿੱਚ ਹੁੰਦਾ ਸੀ? ਬਖਸ਼ੀ ਜੈ ਕਿਸ਼ਨ ਦੇ ਘਰ। ਫਾਰਸੀ ਤੇ ਸੰਸਕ੍ਰਿਤ ਦਾ ਵਿਦਵਾਨ ਕੌਣ ਸੀ? ਜੈ ਕਿਸ਼ਨ ਦਾ ਪਿਤਾ। ਕਿਹੜੇ ਸਾਲ ਪ੍ਰਿੰਸੀਪਲ ਤੇਜਾ ਸਿੰਘ ਕੁਝ ਬੋਰੀਆਂ ਨਾਲ ਰਾਵਲਪਿੰਡੀ ਚਲੇ ਗਏ ਸਨ? 1905 ਵਿੱਚ। ਪ੍ਰਿੰਸੀਪਲ ਤੇਜਾ ਸਿੰਘ ਦੇ ਨਾਨਕੇ ਰਾਵਲਪਿੰਡੀ ਵਿੱਚ ਕਿੱਥੇ ਰਹਿੰਦੇ ਸਨ? ਸੈਦਪੁਰੀ ਮੁਹੱਲੇ ਵਿੱਚ। ਰਾਵਲਪਿੰਡੀ ਵਿੱਚ ਪਲੇਗ ਕਦੋਂ ਫੈਲੀ? 1905 ਵਿੱਚ। ਪ੍ਰਿੰਸੀਪਲ ਤੇਜਾ ਸਿੰਘ ਜੀ ਦੀ ਜੋ ਮਾਮੀ ਸਨ ਉਹਦਾ ਨਾਂ ਕੀ ਸੀ? ਦੀਵਾਨ ਦਈ। ਦੀਵਾਨ ਦਈ ਦੀ ਜੋ ਧੀ ਸੀ ਉਹਦਾ ਨਾਂ ਕੀ ਸੀ? ਲక్ష్ਮੀ। ਪ੍ਰਿੰਸੀਪਲ ਤੇਜਾ ਸਿੰਘ 1906 ਤੋਂ 1908 ਤੱਕ ਕਿੱਥੇ ਪੜ੍ਹਦਾ ਰਿਹਾ? ਡਿਸਟ੍ਰਿਕਟ ਬੋਰਡ ਦੇ ਮਿਡਲ ਸਕੂਲ ਵਿੱਚ। ਪ੍ਰਿੰਸੀਪਲ ਤੇਜਾ ਸਿੰਘ ਉਦੋਂ ਕਿਹੜੀ ਕਲਾਸ ਵਿੱਚ ਪੜ੍ਹਦਾ ਸੀ ਜਦੋਂ ਉਸਨੇ ਚਿੱਤਰਕਾਰੀ ਬਾਰੇ ਅੰਗਰੇਜ਼ੀ ਵਿੱਚ ਕਿਤਾਬ ਲਿਖੀ? 7ਵੀਂ ਵਿੱਚ। ਪ੍ਰਿੰਸੀਪਲ ਤੇਜਾ ਸਿੰਘ ਦਾ ਲਿਖਿਆ ਅੰਗਰੇਜ਼ੀ ਨਾਟਕ ਕਿਸ ਪੱਤਰਿਕਾ ਵਿੱਚ ਛਪਿਆ? ਸਿੱਖ ਰਿਵਿਊ ਵਿੱਚ। ਪ੍ਰਿੰਸੀਪਲ ਤੇਜਾ ਸਿੰਘ ਨੇ ਮਿਡਲ ਦਾ ਇਮਤਿਹਾਨ ਕਦੋਂ ਦਿੱਤਾ ਸੀ? 1908 ਵਿੱਚ। ਜੈ ਕਿਸ਼ਨ ਦਾ ਪਿਤਾ ਫਾਰਸੀ ਤੇ ਸੰਸਕ੍ਰਿਤ ਦਾ ਜੋ ਆਲਮ ਸੀ ਅਤੇ ਸਿੱਖਾਂ ਦੇ ਰਾਜ ਵਿੱਚ ਡੈਸ਼ ਸੀ? ਸਰਕਾਰੀ ਅਹਿਲਕਾਰ। ਠੀਕ ਹੈ ਨਾ। ਜਦ ਜੈ ਕਿਸ਼ਨ ਦਾ ਪਿਤਾ ਬਹੁਤ ਬਿਰਧ ਹੋ ਗਿਆ ਸੀ ਤਾਂ ਉਹ ਆਪਣਾ ਅੰਤ ਨੇੜੇ ਆਉਂਦਾ ਜਾਣ ਕੇ ਡੈਸ਼ ਕਿੱਥੇ ਚਲੇ ਗਏ ਸਨ? ਉਹ ਦਿੱਲੀ, ਹਰਿਦੁਆਰ, ਪ੍ਰਯਾਗ, ਕਾਸ਼ੀ, ਉੱਥੇ ਕਾਸ਼ੀ 'ਚ ਚਲੇ ਗਏ ਸਨ। ਪ੍ਰਿੰਸੀਪਲ ਤੇਜਾ ਸਿੰਘ ਦੀ ਮਾਮੀ ਦੀਵਾਨ ਦਈ ਸਵੇਰੇ ਉਸ ਤੋਂ ਡੈਸ਼ ਸੁਣਦੇ ਸਨ? ਜਪਜੀ ਸਾਹਿਬ ਦਾ ਪਾਠ। ਪ੍ਰਿੰਸੀਪਲ ਤੇਜਾ ਸਿੰਘ ਦੀ ਮਾਮੀ ਦੀਵਾਨ ਦਈ ਉਸ ਨੂੰ ਗਰਮ ਫੁਲਕੇ ਉੱਤੇ ਕੀ ਪਾ ਕੇ ਦਿੰਦੀ ਸੀ? ਘਿਓ ਪਾ ਕੇ ਦਿੰਦੀ ਸੀ। ਬਖਸ਼ੀ ਕਿਰਪਾ ਰਾਮ ਜਦੋਂ ਲੇਖਕ ਦੇ ਘਰ ਆਉਂਦਾ ਤਾਂ ਡੈਸ਼ ਦੀ ਮੂਰਤੀ ਵੀ ਆਪਣੇ ਨਾਲ ਲੈ ਕੇ ਆਉਂਦਾ? ਸ਼੍ਰੀ ਕ੍ਰਿਸ਼ਨ ਜੀ ਦੀ। ਠੀਕ ਹੈ ਨਾ। ਉਸ ਆਲੇ ਦੁਆਲੇ ਦਾ ਅਸਰ ਇਹ ਹੋਇਆ ਕਿ ਪ੍ਰਿੰਸੀਪਲ ਤੇਜਾ ਸਿੰਘ ਵੀ ਡੈਸ਼ ਕਲਮ ਝਰੀਟ ਬਣਨ ਲੱਗਾ। ਪ੍ਰਿੰਸੀਪਲ ਤੇਜਾ ਸਿੰਘ ਦੀ ਅੰਗਰੇਜ਼ੀ ਸਾਹਿਤ ਵਿੱਚ ਡੂੰਘੀ ਦਿਲਚਸਪੀ ਪਈ ਡੈਸ਼ ਕਿਹਨਾਂ ਕਰਕੇ? ਲਾਲਾ ਕੁੰਦਨ ਲਾਲ ਕਰਕੇ। ਆਪਣਾ ਅੰਤ ਨੇੜੇ ਆਉਂਦਾ ਜਾਣ ਕੇ ਡੈਸ਼ ਦਾ ਪਿਤਾ ਕਾਸ਼ੀ ਚਲਾ ਗਿਆ? ਜੈ ਕਿਸ਼ਨ ਦਾ। ਠੀਕ ਹੈ ਨਾ। ਹੁਣ ਠੀਕ ਗੱਲ ਦੱਸਣੇ ਨੇ। 5ਵੀਂ ਪਾਸ ਕਰਕੇ ਪ੍ਰਿੰਸੀਪਲ ਤੇਜਾ ਸਿੰਘ ਚਾਹੁੰਦਾ ਸੀ ਕਿ ਪੂਰੀਆਂ 16 ਜਮਾਤਾਂ ਪੜ੍ਹ ਕੇ ਵਿੱਦਿਆ ਦੇ ਸਿਖਰ ਉੱਤੇ ਪਹੁੰਚੇ। ਬਿਲਕੁਲ ਸਹੀ। ਜਿਹੜੀ ਜਾਣ ਪਛਾਣ ਬਚਪਨ ਵਿੱਚ ਪੱਲੇ ਪੈਂਦੀ ਹੈ ਉਹ ਤੋੜ ਨਹੀਂ ਨਿਭਦੀ। ਗਲਤ। ਜੈ ਕਿਸ਼ਨ ਦਾ ਪਿਤਾ ਫਾਰਸੀ ਤੇ ਸੰਸਕ੍ਰਿਤੀ ਦਾ ਆਲਮ ਸੀ। ਸਹੀ। ਪ੍ਰਿੰਸੀਪਲ ਤੇਜਾ ਸਿੰਘ ਨੇ ਇੱਕ ਵਾਰ ਨਾਟਕ ਵਿੱਚ ਰਾਜਾ ਹਰੀਸ਼ ਚੰਦਰ ਦੀ ਭੂਮਿਕਾ ਨਿਭਾਈ ਸੀ। ਸਹੀ। ਲੇਖਕ ਦੀ ਮਾਮੀ ਸਿੱਖਾਂ ਦੀ ਧੀ ਸੀ ਪਰ ਉਸ ਦੇ ਨਾਨਕੇ ਮੋਨੇ ਸਨ। ਬਿਲਕੁਲ ਸਹੀ। ਜੈ ਕਿਸ਼ਨ ਦਾ ਪਿਤਾ ਬਹੁਤ ਬਿਰਧ ਹੋ ਗਿਆ ਤਾਂ ਉਹ ਆਪਣਾ ਅੰਤ ਆਉਂਦਾ ਨੇੜੇ ਜਾਣ ਕੇ ਕਾਸ਼ੀ ਜੀ ਬਨਾਰਸ ਚਲਾ ਗਿਆ। ਬਿਲਕੁਲ ਸਹੀ। ਪ੍ਰਿੰਸੀਪਲ ਤੇਜਾ ਸਿੰਘ ਨੇ ਲక్ష్ਮੀ ਦਾ ਵਿਆਹ ਆਪਣੀ ਮਾਮੀ ਦੀ ਇੱਛਾ ਅਨੁਸਾਰ ਇੱਕ ਲਾਇਕ ਸਿੱਖ ਮੁੰਡੇ ਨਾਲ ਕੀਤਾ। ਸਹੀ। ਪ੍ਰਿੰਸੀਪਲ ਤੇਜਾ ਸਿੰਘ ਨੇ 1905 ਵਿੱਚ ਮਿਡਲ ਦੀ ਪ੍ਰੀਖਿਆ ਪਾਸ ਕੀਤੀ ਸੀ। ਗਲਤ। ਠੀਕ ਹੈ ਨਾ। ਸੋ ਇਹ ਸਨ ਬੱਚੋ ਪ੍ਰਸ਼ਨ ਉੱਤਰ। ਠੀਕ ਹੈ ਨਾ। ਸਵੈ ਜੀਵਨੀ ਅੰਸ਼। ਅਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਬਿਲਕੁਲ ਸਮਝ ਆਏ ਹੋਣਗੇ ਅਤੇ ਮੈਨੂੰ ਇਹ ਵੀ ਯਕੀਨ ਹੈ ਕਿ ਜ਼ਿੰਦਗੀ ਦੇ ਵਿੱਚ ਤੁਸੀਂ ਕਦੇ ਵੀ ਹਿੰਮਤ ਨਹੀਂ ਹਾਰੋਗੇ। ਉਹਨਾਂ ਨੂੰ ਦੇਖੋ ਕਿੰਨੀਆਂ ਔਕੜਾਂ ਦਾ ਸਾਹਮਣਾ ਕਰਨਾ ਪਿਆ ਸੀ ਪਰ ਫਿਰ ਵੀ ਉਹ ਪੜ੍ਹੇ ਅਤੇ ਪ੍ਰਿੰਸੀਪਲ ਬਣੇ। ਠੀਕ ਹੈ। ਇਸ ਕਰਕੇ ਉਹਨਾਂ ਦਾ ਨਾਮ ਪ੍ਰਿੰਸੀਪਲ ਤੇਜਾ ਸਿੰਘ ਹੈ। ਠੀਕ ਹੈ ਨਾ। ਸੋ ਤੁਸੀਂ ਵੀ ਇੱਦਾਂ ਹੀ ਪੜ੍ਹੋਗੇ। ਸੁਣਨ ਅਤੇ ਸਮਝਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।